सतजुग बिखा बेन को पाला, कली काल बरताए विसाला। सतजुग बिखा बेन को पाला। ਸਤਨਾਮ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਰਸਨਾ ਕਰੋ ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਆਓ ਬੜੇ ਪ੍ਰੇਮ ਦੇ ਨਾਲ ਮਹਾਂਪੁਰਖਾਂ ਵੱਲੋਂ ਜੋ ਲੜੀ ਆਰੰਭ ਕੀਤੀ ਗਈ ਹੈ ਉਸ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸ਼ਰਵਣ ਕਰਕੇ ਜੀਵਨ ਸਫਲਾ ਬਣਾਈਏ ਜੀ। ਸਾਰੀਆਂ ਸੰਗਤਾਂ ਇੱਕ ਵਾਰੀ ਗੱਜ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੀਏ। ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਲਹਿ ਨਾ ਜਾਏ ਸੰਗ ਤੇ ਕਾਲਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ ਰਾਵੀ ਨਦੀ ਦੇ ਵਿੱਚ, ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਸਨ ਤੇ ਭਾਈ ਲਹਿਣਾ ਜੀ ਨਾਲ ਜਾਂਦੇ ਸਨ। ਸਤਿਗੁਰ ਚਰਨ ਰਸਾਲਾ। ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿਹੜੇ ਚਰਨ ਰਸ ਦਾ ਘਰ ਹਨ ਉਹਨਾਂ ਚਰਨਾਂ ਦੀ ਸੇਵਾ ਕਰਦੇ ਸਨ। ਸੀਤ ਅਧਿਕਾਈ। ਤਾਂ ਆਵਾਜ਼ ਘੱਟ ਕਰਕੇ। ਹਿਮ ਰੁੱਤ ਸਿਆਲਾਂ ਦੀ ਰੁੱਤ ਸੀ, ਠੰਡ ਬਹੁਤ ਜ਼ਿਆਦੀ ਸੀ ਤੇ ਪਾਣੀ ਬਹੁਤ ਠੰਡਾ ਸੀ ਰਾਵੀ ਦਰਿਆ ਦਾ। ਬਰਖਾ ਬਰਖਾਈ। ਤੇ ਫਿਰ ਇੱਕ ਦਿਨ ਵਰਖਾ ਵੀ ਹੋਈ ਸੀ। ਤਾਂ ਗੁਣਾਂ ਦੇ ਖਜ਼ਾਨੇ ਸੱਚੇ ਪਾਤਸ਼ਾਹ ਜਲ ਦੇ ਵਿੱਚ ਖੜ ਕੇ ਸਿਮਰਨ ਕਰਦੇ ਸਨ। ਤੇ ਭਾਈ ਲਹਿਣਾ ਜੀ ਨਦੀ ਦੇ ਕੰਢੇ ਉੱਤੇ ਬੈਠੇ ਰਹਿੰਦੇ ਸੀ ਤੇ ਮਹਾਰਾਜ ਨਦੀ ਵਿੱਚ ਖੜੇ ਰਹਿੰਦੇ ਸਨ। ਸ਼ੀਤ ਤੇ ਕਾਲ ਵਿਸਾਲਾ। ਉਸ ਸਮੇਂ ਬਹੁਤ ਜ਼ਿਆਦੀ ਠੰਡ ਹੋ ਗਈ। ਭਇਓ ਸ਼ੀਤ ਤੇ ਕਾਲ ਵਿਸਾਲਾ, ਭੀਗੇ ਚੀਰ ਨੀਰ ਕੇ ਨਾਲਾ। ਤਾਂ ਉਸ ਸਮੇਂ ਜਿਹੜੇ ਕੱਪੜੇ ਸਨ ਉਹ ਮਹਾਰਾਜ ਦੇ ਪਾਣੀ ਦੇ ਨਾਲ ਭਿੱਜ ਗਏ। ਤਾਂ ਭਾਈ ਲਹਿਣੇ ਜੀ ਨੂੰ ਜਿਹੜੀ ਠੰਡ ਸੀ ਉਹ ਲੱਗ ਗਈ ਤੇ ਥਰ ਥਰ ਸੀਤ ਦੇ ਨਾਲ ਸਰੀਰ ਕੰਬਦਾ ਸੀ ਉਹਨਾਂ ਦਾ। ਦੰਦ ਜਿਹੜੇ ਉਹ ਜੁੜ ਗਏ ਤੇ ਮੁਖ ਤੋਂ ਬੋਲਿਆ ਨਹੀਂ ਜਾਂਦਾ। ਤੇ ਫਿਰ ਅਡੋਲ ਹੋ ਕੇ ਸੁੱਧ ਬੁੱਧ ਭੁਲਾ ਕੇ ਮਹਾਰਾਜ ਜੀ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ। ਤਾਂ ਮਹਾਰਾਜ ਜੀ ਨੂੰ ਆਪਣੇ ਸਰੀਰ ਦੀ ਥੋੜੀ ਜਿਹੀ ਵੀ ਸੁੱਧ ਨਾ ਰਹਿ ਗਈ, ਇੰਨੀ ਠੰਡ ਲੱਗੀ। ਤੇ ਜਿਹੜੇ ਸਤਿਗੁਰੂ ਜੀ ਦੇ ਕੱਪੜੇ ਸੀ ਹੱਥ 'ਚ ਫੜੇ ਉਹ ਹੱਥਾਂ ਦੇ ਵਿੱਚੋਂ ਡਿੱਗ ਪਏ ਹਨ। ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਸਾਰੀ ਰਾਤ ਅੰਮ੍ਰਿਤ ਵੇਲੇ ਤੋਂ ਲੈ ਕੇ 2-2:30 ਵਜੇ ਤੋਂ ਲੈ ਕੇ ਦਿਨ ਚੜ੍ਹਨ ਤੱਕ ਨਦੀ 'ਚ ਖੜੇ ਰਹਿੰਦੇ ਸੀ, ਸਿਮਰਨ ਕਰਦੇ ਸਨ। ਤਾਂ ਉਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨਦੀ ਦੇ ਵਿੱਚੋਂ ਬਾਹਰ ਆਏ ਹਨ। ਦੇਖਿਆ ਕਿ ਦਾਸ ਨੂੰ, ਸੇਵਕ ਨੂੰ, ਪਰਮ ਪਾਵਨ ਸ੍ਰੀ ਭਾਈ ਲਹਿਣਾ ਜੀ ਨੂੰ ਕਿਸੇ ਤਰ੍ਹਾਂ ਦੀ ਵੀ ਸੁੱਧ ਨਹੀਂ ਹੈ ਔਰ ਸਰੀਰ ਵੀ ਭਿੱਜ ਗਿਆ ਹੈ। ਕੱਪੜੇ ਵੀ ਜਿਹੜੇ ਗਲ ਪਾਏ ਸੀ ਉਹ ਵੀ ਭਿੱਜ ਗਏ ਹਨ। ਇਸ ਕਰਕੇ ਅਚੇਤ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਧਰਤੀ ਤੇ ਪਏ ਸਨ। ਉਸ ਸਮੇਂ ਸਤਿਗੁਰੂ ਜੀ ਨੇ ਨਦੀ ਦੇ ਵਿੱਚੋਂ ਨਿਕਲ ਕੇ ਜਿਹੜਾ ਆਪਣਾ ਚਰਨ ਸੀ, ਚਰਨ ਕਮਲ ਸੀ, ਉਹ ਭਾਈ ਲਹਿਣੇ ਦੇ ਸਰੀਰ ਨੂੰ ਛੁਹਾਇਆ। ਤਾਂ ਮਹਾਰਾਜ ਜੀ ਦਾ ਚਰਨ ਜਦੋਂ ਪਾਵਨ ਭਾਈ ਲਹਿਣਾ ਜੀ ਦੇ ਸਰੀਰ ਨੂੰ ਲੱਗਿਆ ਤਾਂ ਜਿੰਨੀ ਉਹਨਾਂ ਦੇ ਸਰੀਰ ਦੇ ਵਿੱਚ ਠੰਡ ਸੀ, ਜਿਸ ਕਰਕੇ ਬੇਹੋਸ਼ ਹੋਏ ਸੀ, ਉਹ ਸਾਰੀ ਹੀ ਸਾਧ ਸੰਗਤ ਜੀ ਖਤਮ ਹੋ ਗਈ ਸੀ।
ਇਹਦਾ ਮਹਾਂਪੁਰਖ ਦੱਸਦੇ ਹਨ ਬੜੇ ਪ੍ਰੇਮ ਦੇ ਨਾਲ, ਜਿਨ੍ਹਾਂ ਮਹਾਤਮਾ ਨੇ ਬਹੁਤਾ ਹੱਠ ਕੀਤਾ ਹੈ, ਤਪ ਕੀਤਾ ਹੈ। ਐਸੇ ਮਹਾਂਪੁਰਖ ਇੱਕ ਆਪਣੇ ਇੱਥੇ ਇਲਾਕੇ ਦੇ ਵਿੱਚ ਹੋਏ ਨੇ, ਸੰਤ ਰਣਜੀਤ ਸਿੰਘ ਜੀ ਭੋਗਪੁਰ ਵਾਲੇ। ਬਹੁਤ ਤਗੜੇ ਘਰ ਦੇ ਲੜਕੇ ਸਨ, ਬੰਦਗੀ ਦਾ ਸ਼ੌਂਕ ਚੜ੍ਹਿਆ, ਗ੍ਰਸਤੀ ਸਨ। ਇੱਕ ਲੜਕੀ ਸੀ, ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਪਏ ਤਾਂ ਸਰੀਰ ਨੂੰ ਉਹਨਾਂ ਨੇ ਬਹੁਤ ਕਸ਼ਟ ਦਿੱਤਾ। ਸਰੀਰ ਦੀ ਬਹੁਤ ਜ਼ਿਆਦਾ ਸਾਧਨਾ ਕਰਾਈ ਸੀ ਉਹਨਾਂ ਨੇ, ਤੇ ਸਰੀਰ ਤੋਂ ਨੰਗੇ ਰਹਿੰਦੇ ਸਨ। ਇੱਕ ਵਾਰੀ ਮਹਾਂਪੁਰਖ ਹਰਖੋਵਾਲ ਵਾਲੇ ਜਥੇਦਾਰ ਸੇਵਾ ਸਿਮਰਨ ਦੇ ਪੁੰਜ ਪਰਮ ਪੂਜਨੀਕ ਸੰਤ ਮਹਿੰਦਰ ਸਿੰਘ ਜੀ, ਉਹ ਫਿਰ ਕਸ਼ਹਿਰੇ ਸਮਾ ਕੇ ਲੈ ਕੇ ਗਏ ਸੀ ਕਿ ਸੰਤ ਜੀ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ, ਆਪਾਂ ਨੰਗੇ ਨਹੀਂ ਰਹਿਣਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੇ ਕਸ਼ਹਿਰਾ ਪਹਿਨਣਾ ਹੈ। ਤਾਂ ਬੜੀ ਉੱਚ ਕਰਨੀ ਦੇ ਮਹਾਤਮਾ ਸਨ। ਇੱਕ ਵਾਰੀ ਉਹਨਾਂ ਨੂੰ ਜਥੇਦਾਰ ਸੰਤ ਬਾਬਾ ਸੰਤ ਮਨਜੀਤ ਸਿੰਘ ਜੀ ਨੇ ਪੁੱਛਿਆ ਕਿ ਮਹਾਂਪੁਰਖੋ ਤੁਹਾਨੂੰ ਠੰਡ ਨਹੀਂ ਲੱਗਦੀ? ਤਾਂ ਉਹ ਸੁਭਾਅ ਬੜਾ ਖਲਾਸਾ ਸੀ। ਕਹਿੰਦੇ ਬਾਣੀ ਪੜ੍ਹਦੇ ਹੁੰਦੇ ਕਿ ਨਹੀਂ ਪੜ੍ਹਦੇ ਹੁੰਦੇ? ਕਹਿੰਦੇ ਜੇ ਪੜ੍ਹਦੇ, ਕਹਿੰਦੇ ਸਵਾਹ ਪੜ੍ਹਦੇ ਆ। ਕਹਿੰਦੇ 12 ਮਾਹ ਕਿਤੇ ਪੜ੍ਹਿਆ ਹੀ? ਕਹਿੰਦਾ ਜੀ ਪੜ੍ਹਿਆ। ਕਹਿੰਦੇ ਉੱਥੇ ਲਿਖਿਆ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ। ਉਹਨਾਂ ਨੂੰ ਪੋਹ ਦੇ ਮਹੀਨੇ ਵਿੱਚ ਠੰਡ ਨਹੀਂ ਲੱਗਦੀ, ਭਾਵੇਂ ਨੰਗੇ ਤੁਰੇ ਫਿਰਨ, ਜਿਨ੍ਹਾਂ ਦੇ ਗਲ ਦੇ ਵਿੱਚ ਪਰਮੇਸ਼ਰ ਮਿਲਿਆ ਹੈ, ਵਾਹਿਗੁਰੂ ਮਿਲਿਆ ਜਿਨ੍ਹਾਂ ਨੂੰ, ਉਹਨਾਂ ਨੂੰ ਨਹੀਂ ਲੱਗਦੀ ਹੈ। ਇੱਦਾਂ ਦੇ ਸੰਤ ਵੀ ਸੰਸਾਰ ਦੇ ਵਿੱਚ ਹੋਏ ਨੇ, ਜਿਨ੍ਹਾਂ ਬਹੁਤਾ ਹੱਠ ਕਮਾਇਆ ਹੈ। ਇਸੇ ਕਰਕੇ ਅਰਦਾਸ ਦੇ ਵਿੱਚ ਐਸੇ ਗੁਰਸਿੱਖਾਂ ਦੀ ਕਮਾਈ ਦੇ ਬਾਰੇ, ਜਿਨ੍ਹਾਂ ਹੱਠੀਆਂ ਜਪੀਆਂ ਤਪੀਆਂ ਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ। ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਸਿੱਖਿਆ ਦੇਣ ਵਾਸਤੇ ਕਿ ਭਾਈ ਸਾਧਨਾ ਕਰਿਆ ਕਰੋ, ਸਿਮਰਨ ਕਰਿਆ ਕਰੋ। ਸਾਰੀ ਰਾਤ ਨਦੀ ਵਿੱਚ ਖਲੋਂਦੇ ਹੁੰਦੇ ਸੀ ਸਿਆਲਾਂ ਦੇ ਦਿਨਾਂ ਦੇ ਵਿੱਚ ਵੀ। ਤਾਂ ਜਦੋਂ ਸਾਧ ਸੰਗਤ ਜੀ ਸੰਤ ਦੱਸਦੇ ਆ, ਮਹਾਂਪੁਰਖ ਦੱਸਦੇ ਵੀ ਜਦੋਂ ਕਿਸੇ ਦਾ ਮਨ ਟਿਕ ਜਾਂਦਾ, ਉਹ ਭਾਵੇਂ ਖਲੋਤਾ ਰਵੇ, ਉਹ ਭਾਵੇਂ ਬੈਠਾ ਰਵੇ, ਉਹ ਭਾਵੇਂ ਪਾਣੀ 'ਚ ਖਲੋਤਾ ਰਵੇ, ਉਹ ਭਾਵੇਂ ਲੰਮੇ ਪਿਆ ਰਹੇ, ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈ। ਤੇ ਜਿਹਦਾ ਨਹੀਂ ਟਿਕਿਆ ਉਹਨੂੰ ਤੇ ਫਿਰ ਚੌਂਕੜਾ ਮਾਰ ਕੇ ਸਾਧਨਾ ਕਰਨੀ ਪੈਂਦੀ ਹੈ। ਤਾਂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਹਾਰਾਜ ਦੇ ਨਾਲ ਪਾਵਨ ਸ੍ਰੀ ਲਹਿਣਾ ਜੀ ਦੇ ਨਾਲ ਆਪਣਾ ਅੰਗੂਠਾ ਚਰਨ ਛਹਾਇਆ ਤਾਂ ਉਹਨਾਂ ਦਾ ਸਰੀਰ ਚੇਤਨ ਸੱਤਾ ਦੇ ਸਹਿਤ ਹੋਇਆ ਸੀ। ਸਰੀਰ ਦੇ ਵਿੱਚੋਂ ਗਰਮੀ ਠੰਡ ਨਿਕਲ ਗਈ ਸੀ, ਊਸ਼ਣਤਾ ਆਈ ਸੀ ਤੇ ਸੁੱਧ ਆਈ ਸੀ ਸਰੀਰ ਦੀ। ਤਾਂ ਜਦੋਂ ਦੇਖਿਆ ਵੀ ਮਹਾਰਾਜ ਮੇਰੇ ਕੋਲੇ ਖੜੇ ਨੇ ਤਾਂ ਚਰਨਾਂ ਦੇ ਨਾਲ ਮਹਾਰਾਜ ਜੀ ਲਪਟ ਗਏ। ਤਾਂ ਪੁੱਛਦੇ ਨੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੇ ਸੇਵਕ ਨੂੰ, ਕਹਿੰਦੇ ਤੇਰਾ ਕੀ ਹਾਲ ਆ, ਕੀ ਗੱਲ ਹੋਈ ਆ ਤੈਨੂੰ? ਤਾਂ ਭਾਈ ਲਹਿਣਾ ਜੀ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹਨ, ਹੇ ਪ੍ਰਭੂ ਜੀ ਮੇਰੀ ਹਾਲ ਇਸ ਤਰ੍ਹਾਂ ਦੀ ਹੈ। ਇੱਕ ਸਿਆਲਾਂ ਦੀ ਰੁੱਤ, ਇੱਕ ਉੱਤੋਂ ਮੀਂਹ ਪਿਆ, ਇੱਕ ਕੱਪੜੇ ਭਿੱਜ ਗਏ, ਇਸ ਕਰਕੇ ਠੰਡ ਲੱਗ ਗਈ। ਦੰਦ ਜੁੜ ਗਏ ਤੇ ਸਰੀਰ ਬੇਹੋਸ਼ ਹੋ ਕੇ ਡਿੱਗ ਪਿਆ। ਹੁਣ ਮਹਾਰਾਜ ਜਦੋਂ ਤੁਸੀਂ ਆਪਣਾ ਚਰਨ ਕਮਲ ਮੇਰੇ ਸਰੀਰ ਨੂੰ ਛੁਹਾਇਆ ਹੈ ਤਾਂ ਉਸੇ ਸਮੇਂ ਜਿਹੜਾ ਸੀਤ ਸੀ ਉਹ ਨਸ ਗਿਆ ਮੇਰਾ।
ਹੁਣ ਮੇਰਾ ਸਰੀਰ ਸਾਵਧਾਨ ਹੋਇਆ ਹੈ। ਰਾਵਰ ਭੰਜਤ ਹੋ ਸਭ ਪੀਰਾ। ਇਹ ਸੱਚੇ ਪਾਤਸ਼ਾਹ ਤੁਸੀਂ ਤਾਂ ਸਾਰੇ ਹੀ ਦੁੱਖ ਕੱਟ ਦੇਣ ਵਾਲੇ ਹੋ। ਸੁਣ ਬੋਲੇ ਸ਼੍ਰੀ ਪ੍ਰਭੂ ਕਿਰਪਾਲਾ। ਸੁਣ ਕੇ ਬੋਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਿਹੜੇ ਕਿਰਪਾ ਦੇ ਘਰ ਸਨ। ਹਉ ਘਾਲਤ ਜੋ ਘਾਲ ਵਿਸਾਲਾ। ਮਹਾਰਾਜ ਕਹਿਣ ਲੱਗੇ ਭਾਈ ਜਿੰਨੀ ਮੈਂ ਕਮਾਈ ਕਰਦਾ ਹਾਂ, ਅਨੇਕ ਪ੍ਰਕਾਰ ਜੋ ਤਪ ਕਰਨਾ। ਅਨੇਕਾਂ ਪ੍ਰਕਾਰ ਦਾ ਜਿਹੜਾ ਮੈਂ ਤਪ ਕਰਦਾ ਹਾਂ, ਸਭ ਸਿੱਖਣ ਹਿਤ ਲਖੋ ਅਚਰਨਾ। ਇਹ ਆਪਣੇ ਸਿੱਖਾਂ ਵਾਸਤੇ ਕਰਦਾ ਪਿਆ ਹਾਂ, ਜਿੰਨਾ ਵੀ ਆਚਰਣ ਕਰਦਾ ਪਿਆ ਜੋ ਹਾਂ। ਮੇਰੇ ਮੈਂ ਸ਼ਰਧਾ ਧਰਹੀ। ਜਿਹੜੇ ਮੇਰੇ ਵਿੱਚ ਯਕੀਨ ਲਿਆਉਣਗੇ ਮਨ ਕਰ ਸ਼ਬਦ ਕਮਾਵਣ ਕਰਹੀ। ਤੇ ਮਨ ਕਰਕੇ ਸ਼ਬਦ ਦੀ ਕਮਾਈ ਕਰਨਗੇ। ਨਾਨਕ ਪੰਥੀ ਜਿਨ ਕੋ ਨਾਮ। ਜਿਨ੍ਹਾਂ ਨੂੰ ਨਾਨਕ ਪੰਥੀ ਕਹਿੰਦੇ ਹਨ, ਵਾਹਿਗੁਰੂ ਜਪ ਰਹਿਤ ਅਕਾਮ। ਜਿਹੜੇ ਕਾਮਨਾ ਛੱਡ ਕੇ ਵਾਹਿਗੁਰੂ ਦਾ ਨਾਮ ਜਪਦੇ ਰਹਿਣਗੇ। ਇਹਦੇ ਵਿੱਚ ਵੀ ਫਰਕ ਆ ਸਾਧ ਸੰਗਤ ਜੀ। ਜਿਹੜਾ ਕਾਮਨਾ ਰੱਖ ਕੇ ਜਾਪ ਕਰਦਾ ਹੈ, ਇੱਕ ਵਾਰੀ ਵੀ ਵਾਹਿਗੁਰੂ ਕਹੇ ਉਹਦਾ ਫਲ ਤਾਂ ਉਹਨੂੰ ਪ੍ਰਾਪਤ ਹੁੰਦਾ ਹੀ ਹੈ। ਪਰ ਜਿਹੜੇ ਕਾਮਨਾ ਰੱਖ ਕੇ ਜਾਪ ਕਰਦੇ ਹਨ, ਇੱਦਾਂ ਲਿਖਿਆ ਗ੍ਰੰਥਾਂ ਵਿੱਚ ਵੀ ਉਹਨਾਂ ਨੂੰ ਫਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਨਾ ਹੀ ਉਹਨਾਂ ਦਾ ਹਿਰਦਾ ਸ਼ੁੱਧ ਹੁੰਦਾ ਹੈ। ਉਹਨਾਂ ਦੇ ਹਿਰਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਆਦਿਕ ਚੱਲਦਾ ਹੀ ਰਹਿੰਦਾ ਹੈ। ਪਰ ਜਿਹੜੇ ਨਿਸ਼ਕਾਮ ਫਲ ਦੀ ਇੱਛਾ ਛੱਡ ਕੇ ਭਜਨ ਕਰਨ, ਸੇਵਾ ਕਰਨ, ਬੰਦਗੀ ਕਰਨ, ਉਹਨਾਂ ਦਾ ਸਾਧ ਸੰਗਤ ਜੀ ਹਿਰਦਾ ਸ਼ੁੱਧ ਹੁੰਦਾ ਹੈ। ਸ਼ੁੱਧ ਹਿਰਦੇ ਦੇ ਵਿੱਚ ਹੀ ਫਿਰ ਪਰਮੇਸ਼ਰ ਦਾ ਗਿਆਨ ਇੱਦਾਂ ਲਿਖਿਆ ਗ੍ਰੰਥਾਂ ਵਿੱਚ ਵੀ ਪੈਦਾ ਹੁੰਦਾ ਹੈ। ਤਾਂ ਸਾਧ ਸੰਗਤ ਜੀ, ਜਿਹੜਾ ਬੰਦਾ ਬੰਦਗੀ ਕਰਦਾ ਹੈ, ਉਹਨੂੰ ਭਾਵੇਂ ਪਰਮੇਸ਼ਰ ਮਿਲੇ ਨਾ ਮਿਲੇ, ਇਸ ਜਨਮ ਵਿੱਚ ਨਾ ਮਿਲੇ, ਅਗਲੇ ਜਨਮ ਦੇ ਵਿੱਚ ਮਿਲੇਗਾ। ਅਗਲੇ ਜਨਮ 'ਚ ਨਾ ਮਿਲੇ ਤੇ ਉਤੋਂ ਅਗਲੇ ਵਿੱਚ ਉਹ ਦੱਬ ਕੇ ਹੋਰ ਵੀ ਵੱਡਾ ਤਪਸਵੀ ਬਣੇਗਾ ਤੇ ਜ਼ਿਆਦੀ ਬੰਦਗੀ ਕਰੇਗਾ। ਤਾਂ ਗ੍ਰੰਥਾਂ ਵਿੱਚ, ਸ਼ਾਸਤਰਾਂ ਦੇ ਵਿੱਚ ਇਹ ਗੱਲ ਲਿਖੀ ਹੈ, ਨਹੀਂ ਕਲਿਆਣ ਕ੍ਰਿਤ ਕਸ਼ਚਿਤ ਦੁਰਗਤੀ ਤਾਤ ਗਛਤੀ। ਇਹ ਪਾਰਥ, ਜਿਹੜਾ ਪੁਰਸ਼ ਬੰਦਗੀ ਕਰਦਾ ਹੈ, ਭਜਨ ਕਰਦਾ ਹੈ, ਉਹਦਾ ਨਾ ਇੱਥੇ ਨੁਕਸਾਨ ਹੁੰਦਾ, ਨਾ ਪਰਲੋਕ ਦੇ ਵਿੱਚ ਨੁਕਸਾਨ ਹੁੰਦਾ ਹੈ। ਕਿਉਂ? ਉਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਹੁੰਦਾ ਹੈ। ਤਾਂ ਪੁੱਛਿਆ ਮਹਾਰਾਜ, ਫਿਰ ਮੰਨ ਲਓ ਬੰਦਗੀ ਕਰਦੇ ਆ, ਪਰਮੇਸ਼ਰ ਤਾਂ ਮਿਲਿਆ ਹੀ ਨਹੀਂ, ਤਾਂ ਉਹਨਾਂ ਦੀ ਗਤੀ ਕੀ ਹੁੰਦੀ ਆ? ਪਰਮੇਸ਼ਰ ਤਾਂ ਇੱਕ ਅੱਧੇ ਨੂੰ ਹੀ ਮਿਲਿਆ ਨਾ, ਜਿਹਨੂੰ ਆਤਮ ਵਿੱਚ ਕਹਿ ਦਿੰਦੇ, ਤਤ ਬੇਤਾ ਕਹਿ ਦਿੰਦੇ ਹਨ। ਤਾਂ ਉਹਨਾਂ ਦੀ ਕੀ ਗਤੀ ਹੈ? ਤਾਂ ਉੱਥੇ ਲਿਖਿਆ ਬੜੇ ਪ੍ਰੇਮ ਨਾਲ, ਪ੍ਰਾਪੈ ਪੁੰਨੈ ਕ੍ਰਿਤਾਮ ਲੋਕਾਨ ਅਨੁਸ਼ਿਤਵਾ ਸ਼ਾਸ਼ਵਤੀ ਸਮਾਹ ਸ਼ੁਚੀ ਨਾਮ ਸ਼੍ਰੀ ਮਤਾਮ ਗੇਹੇ ਯੋਗੋ ਭ੍ਰਿਸ਼ਟੋ ਅਭਿਜਾਇਤੇ। ਕਹਿੰਦੇ ਭਾਈ, ਜਿਹਨੂੰ ਐਸ ਜਨਮ ਵਿੱਚ ਪਰਮੇਸ਼ਰ ਨਹੀਂ ਨਾ ਮਿਲਿਆ, ਸਿਮਰਨ ਕਰਦਾ ਰਿਹਾ ਸਾਰੀ ਉਮਰ, ਜੇ ਉਹਦੇ ਮਨ ਦੇ ਵਿੱਚ ਕੋਈ ਇੱਛਾ ਹੋਈ ਤਾਂ ਉਹ ਮਰਨ ਤੋਂ ਬਾਅਦ ਉੱਤਮ ਲੋਕ ਦੇ ਵਿੱਚ ਚਲਿਆ ਜਾਂਦਾ ਹੈ, ਜਿੱਥੇ ਉਹ ਸੈਂਕੜੇ ਹੀ ਵਰਸ ਆਪਣੇ ਸਿਮਰਨ ਭਜਨ ਦਾ ਸੁੱਖ ਭੋਗਦਾ ਹੈ। ਤੇ ਜਦੋਂ ਉਹਦੇ ਪੁੰਨਾਂ ਦਾ ਫਲ ਖਤਮ ਹੁੰਦਾ ਹੈ ਤਾਂ ਉਹ ਫਿਰ ਦੁਬਾਰਾ ਇਸ ਦੁਨੀਆ ਵਿੱਚ ਆ ਕੇ, ਜਿਹੜੇ ਚੰਗੇ ਘਰ ਹਨ, ਗੁਰਸਿੱਖ ਨੇ, ਧਰਮੀ ਪੁਰਸ਼ ਨੇ, ਉਹਨਾਂ ਦੇ ਘਰ ਦੇ ਵਿੱਚ ਉਹਨੂੰ ਫਿਰ ਦੁਬਾਰਾ ਜਨਮ ਦੇ ਦਿੱਤਾ ਜਾਂਦਾ ਹੈ। ਉਹ ਤਾਂ ਦੇ ਦਿੱਤਾ ਜਾਂਦਾ ਹੈ ਜਾਂ ਉਹਨਾਂ ਦਾ ਜਨਮ ਸ਼੍ਰੀਮਾਨ ਕੁਲ ਦੇ ਵਿੱਚ ਹੁੰਦਾ, ਜਿੱਥੇ ਪੈਸਾ ਬਹੁਤ ਜ਼ਿਆਦਾ ਹੁੰਦਾ ਹੈ, ਸਰੀਰਕ ਸੁੱਖ ਬਹੁਤ ਜ਼ਿਆਦਾ ਹੁੰਦਾ ਹੈ। ਜਿਹਨੇ ਇੱਛਾ ਧਾਰ ਕੇ ਭਜਨ ਕੀਤਾ, ਫਲ ਤਾਂ ਉਹਨੂੰ ਵੀ ਮਿਲਦਾ ਹੈ। ਤੇ ਜਿਹਨੇ ਇੱਛਾ ਛੱਡ ਕੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਭਜਨ ਕੀਤਾ, ਉਹਦੀ ਕੀ ਗਤੀ ਹੈ? ਤਾਂ ਉੱਥੇ ਫਿਰ ਲਿਖਦੇ, ਅਥਵਾ ਯੋਗੀ ਨਾਮੈਵ ਕੁਲੇ ਭਵਤੀ ਧੀਮਤਾ ਏਤਦ ਹੀ ਦੁਰਲਭ ਧਰਮ ਲੋਕੇ ਜਨਮ ਯਦ ਈਦ੍ਰਿਸ਼ਮ। ਜਿੰਨੇ ਭਾਈ ਵਿਰਾਗੀ ਨੇ ਸੰਸਾਰ ਦਾ ਸੁੱਖ ਛੱਡ ਕੇ, ਕਾਮਨਾ ਛੱਡ ਕੇ ਭਜਨ ਕੀਤਾ, ਉਹ ਫਿਰ
ਦੁਬਾਰਾ, ਕਿਉਂ ਪਰਮੇਸ਼ਰ ਤਾਂ ਉਹਨੂੰ ਮਿਲਿਆ ਨਹੀਂ ਇਸ ਜਨਮ 'ਚ, ਉਹ ਦੁਬਾਰਾ ਫਿਰ ਬ੍ਰਹਮ ਗਿਆਨੀ ਦੀ ਕੁਲ ਦੇ ਵਿੱਚ ਪੈਦਾ ਹੁੰਦਾ ਹੈ, ਜਾਂ ਐਸੀ ਕੁਲ ਦੇ ਵਿੱਚ ਪੈਦਾ ਹੁੰਦਾ ਜਿੱਥੇ ਪੈਸਾ ਤਾਂ ਨਹੀਂ ਹੁੰਦਾ ਪਰ ਸਿੱਖੀ ਬੜੀ ਹੁੰਦੀ ਹੈ, ਧਰਮ ਬੜਾ ਹੁੰਦਾ ਹੈ, ਘਰ 'ਚ ਗਰੀਬੀ ਹੁੰਦੀ ਆ। ਕਿਉਂ ਜੇ ਉਹ ਮਾਇਆ ਧਾਰੀ ਘਰ ਦੇ ਵਿੱਚ ਜੰਮੇ ਤਾਂ ਦੋ ਗੱਲਾਂ ਤੇ ਉਹਨੂੰ ਪੱਕੀਆਂ ਹੀ ਚਿੰਬੜਨਗੀਆਂ, ਇੱਕ ਪ੍ਰਮਾਦ ਤੇ ਇੱਕ ਹੰਕਾਰ। ਇਸ ਕਰਕੇ ਪਰਮੇਸ਼ਰ ਉਹਨੂੰ ਜਿੱਥੇ ਕੱਟੜ ਸਿੱਖ ਹੁੰਦਾ ਉਸ ਗਰੀਬ ਦੇ ਘਰ ਪੈਦਾ ਕਰ ਦਿੰਦਾ ਵੀ ਉੱਥੇ ਬੰਦਗੀ ਕਰੇ, ਆਲਸ ਨਾ ਆਵੇ ਉਹਨੂੰ, ਤੇ ਨਾ ਹੀ ਮਾਇਆ ਦਾ ਬਹੁਤਾ ਉਹਨੂੰ ਸੁੱਖ ਪ੍ਰਾਪਤ ਹੋਵੇ, ਜਿਸ ਕਰਕੇ ਉਹ ਬੰਦਗੀ 'ਚ ਲੱਗਾ ਰਹੇ। ਇੱਦਾਂ ਸਾਧ ਸੰਗਤ ਜੀ ਜਿਹੜਾ ਵੀ ਸਿਮਰਨ ਕਰਦਾ ਹੈ, ਭਜਨ ਕਰਦਾ ਹੈ, ਉਹਨੂੰ ਕੁਝ ਨਾ ਕੁਝ ਫਲ ਜ਼ਰੂਰ ਪ੍ਰਾਪਤ ਹੁੰਦਾ ਹੈ। ਇਹ ਕਰਕੇ ਭਜਨ ਸਿਮਰਨ ਨਹੀਂ ਛੱਡਣਾ ਚਾਹੀਦਾ। ਜਮ ਕੋ ਨਹਿ ਦੇਖਣ ਪੈ ਹੈ, ਜਿਹੜੇ ਭਾਈ ਇੱਛਾ ਧਾਰ ਕੇ ਵੀ ਭਜਨ ਕਰਦੇ ਹਨ ਉਹ ਤੇ ਜਮਾਂ ਨੂੰ ਨਹੀਂ ਦੇਖਦੇ ਹਨ। ਸੁਗਤ ਪ੍ਰਾਪਤ ਤਿਨ ਹੋਇਆ ਹੈ, ਤੇ ਜਿਹੜੇ ਭਾਈ ਅਕਾਮ ਹਨ, ਜਿਨ੍ਹਾਂ ਦੇ ਅੰਦਰ ਇੱਛਾ ਨਹੀਂ, ਸਿਰਫ ਵਾਹਿਗੁਰੂ ਨੂੰ ਮਿਲਦੀ ਇੱਛਾ ਹੈ, ਉਹ ਤਾਂ ਫਿਰ ਸੁੱਖ ਦੇ ਨਾਲ ਸਾਧ ਸੰਗਤ ਜੀ ਪਰਮੇਸ਼ਰ ਦੀ ਕਿਰਪਾ ਦੇ ਸਹਿਤ ਹੋ ਕੇ ਉਹਨਾਂ ਤੇ ਮਹਾਰਾਜ ਜੀ ਦੀ ਬਖਸ਼ਿਸ਼ ਹੁੰਦੀ ਆ ਤੇ ਸੁੱਖ ਦੇ ਨਾਲ ਉਹ ਗਤੀ ਪ੍ਰਾਪਤ ਕਰ ਜਾਂਦੇ ਹਨ। ਤੇ ਕਹਿ ਅਸਬਾਨੀ, ਇਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕੀਤਾ ਵੀ ਮੈਂ ਜਿੰਨੀ ਕਮਾਈ ਕਰਦਾ, ਜਿਹੜੇ ਸਿਮਰਨ ਕਰਨਗੇ ਸਿੱਖ, ਉਹਨਾਂ ਨੂੰ ਮਿਲਿਆ ਕਰੂਗਾ ਹਿੱਸਾ ਵਿੱਚੋਂ। ਗੁਣਪੁਰ ਮੈਂ ਆਏ ਗੁਣ ਖਾਨੀ, ਫਿਰ ਸਤਿਗੁਰੂ ਜੀ ਕਰਤਾਰਪੁਰ ਸਾਹਿਬ ਗੁਣਾਂ ਦੀ ਖਾਣ ਮਹਾਰਾਜ ਮੋੜ ਆਏ। ਧਰਮਸਾਲ ਮਝਾਰੀ, ਸਤਿਗੁਰੂ ਜੀ ਬੈਠੇ ਸਨ ਗੁਰੂ ਘਰ ਦੇ ਵਿੱਚ, ਸੰਗਤ ਆਵਹਿ ਕਰਹਿ ਜੁਹਾਰੀ, ਬੜੀ ਸੰਗਤ ਆਉਂਦੀ ਹੈ, ਨਮਸਕਾਰਾਂ ਕਰਦੀ ਹੈ। ਲਗੇ ਤਪ ਕੂਰਮ ਵਡੇਰਾ, ਤਾਂ ਉਸ ਸਮੇਂ ਸਤਿਗੁਰੂ ਜੀ ਬੜਾ ਭਿਆਨਕ, ਬੜਾ ਹੱਠ ਕਰੜਾ ਤਪ ਕਰਨ ਲੱਗੇ। ਨਿਕਟ ਨੀਕ ਥਲ ਹੇਰਾ, ਉੱਥੇ ਲਾਗੇ ਹੀ ਚੰਗਾ ਥਾਂ ਦੇਖ ਕੇ ਤਹਾਕੀਨ ਇੱਕ ਕੁਟੀ ਨਿਰਾਲੀ, ਉੱਥੇ ਮਹਾਰਾਜ ਨੇ ਇੱਕ ਕੁਟੀਆ ਬਣਾ ਲਈ ਆਪਣੀ, ਰੋਰਨ ਸੇਜ ਦਸਾਇਤ ਖਾਲੀ, ਉਹਦੇ ਵਿੱਚ ਰੋੜਿਆਂ ਦੀ ਸੇਜ ਮਹਾਰਾਜ ਨੇ ਡਾਹ ਲਈ, ਜਿਹੜੀ ਬੜੀ ਦੁੱਖ ਦਿੰਦੀ ਆ ਰੋੜਿਆਂ ਤੇ ਬਹਿਣਾ। ਨਿਜ ਸਰੀਰ ਕੇ ਸਮ ਬਣਵਾਈ, ਆਪਣੇ ਸਰੀਰ ਦੇ ਬਰਾਬਰ ਬਣਵਾ ਲਈ, ਆਏ ਸ਼ੇਸ਼ ਨਹਿ ਜਹਾ ਰਹਾਈ, ਜਿੱਥੇ ਖਾਲੀ ਥਾਂ ਨਾ ਰਹਿ ਜਾਵੇ, ਵਾਧੂ ਥਾਂ ਨਾ ਰਵੇ। ਪੌੜ ਹੈ ਬੈਠ ਹੈ ਰਹਤ ਹੈ ਮਾਹੀ, ਮਹਾਰਾਜ ਉਹ ਰੋੜਿਆਂ ਦੀ ਸੇਜ ਉੱਤੇ ਹੀ ਪੈਂਦੇ ਸਨ, ਰੋੜਿਆਂ ਦੀ ਸੇਜ ਉੱਤੇ ਹੀ ਬਹਿੰਦੇ ਸਨ। ਕਰਨ ਇਸ਼ਨਾਨ ਸਮੈ ਦੋਇ ਜਾਹੀ, ਤੇ ਦੋ ਸਮੇਂ ਮਹਾਰਾਜ ਜੀ ਇਸ਼ਨਾਨ ਕਰਨ ਜਾਂਦੇ ਸੀ, ਸਵੇਰੇ ਤੇ ਸ਼ਾਮ ਨੂੰ, ਦੋ ਟਾਈਮ ਇਸ਼ਨਾਨ ਕਰਦੇ ਸਨ। ਚੌਦਿਸ਼ ਤੇ ਨਰ ਆਏ ਵਿਸ਼ਾਲਾ, ਬੜੀ ਸੰਗਤ ਆਉਂਦੀ ਹੈ ਚਾਰੇ ਪਾਸੇ ਤੋਂ, ਦਰਸ਼ਕ ਲੋਕ ਧਰਹਿ ਮਦ ਪਦ ਪਾਲਾ, ਔਰ ਦਰਸ਼ਨ ਕਰਕੇ ਮਹਾਰਾਜ ਜੀ ਦੇ ਐਸੇ ਨਿਹਾਲ ਹੁੰਦੇ ਨੇ, ਚਰਨਾਂ ਤੇ ਸੀਸ ਰੱਖ ਦਿੰਦੇ ਹਨ। ਕਰਹਿ ਕਾਮਨਾ ਹਿਰਦੇ ਜੋਈ, ਜੋ ਵੀ ਕੋਈ ਇੱਛਾ ਕਰਦੇ ਹਨ ਹਿਰਦੇ ਵਿੱਚ, ਪੂਰਨ ਹੋਏ ਸਰਬ ਕੀ ਸੋਈ, ਉਹ ਪੂਰੀ ਹੋ ਜਾਂਦੀ ਆ ਸਾਰਿਆਂ ਦੀ। ਜਿਗਲ ਕਾਲ ਪਲ ਬਣੈ ਆਹਾਰਾ, ਤਾਂ ਦੋ ਸਮੇਂ ਸਾਧ ਸੰਗਤ ਜੀ ਬੜਾ ਚੰਗਾ ਵਧੀਆ ਲੰਗਰ ਬਣਦਾ ਹੈ। ਰੁਚ ਅਨਸਾਰ ਅਪਾਰਾ, ਜਿੰਨੀ ਕਿਸੇ ਦੀ ਰੁਚ ਹੋਵੇ ਤਾਂ ਬੇਗਿਣਤ ਲੋਕ ਉਹਨੂੰ ਛਕ ਲੈਂਦੇ ਹਨ ਆਣ ਕੇ। ਬਹੁਤ ਰਸੋਈਏ ਦੇਗ ਕਰੇਈ, ਤੇ ਜਿਹੜੇ ਰਸੋਈਏ ਹਨ ਗੁਰੂ ਘਰ ਦੇ, ਉਹ ਬੜੀ ਦੇਗ ਬਣਾਉਂਦੇ ਹਨ। ਜਿਤਕ ਆਨ ਚਾਹ ਤੇਤ ਕਲੇਈ, ਜਿੰਨਾ ਕੰਨ ਚਾਹੀਦਾ ਉਨਾ ਕੁ ਲੈ ਲੈਂਦੇ ਹਨ। ਨੀਕੀ ਰੀਤ ਸੁਧਾਰ ਬਣਾਵਹਿ, ਬੜੀ ਚੰਗੇ ਤਰੀਕੇ ਦੇ ਨਾਲ, ਬੜੇ ਸੁਧਾਰ ਕੇ ਭਾਂਡੇ ਮਾਂਜ ਕੇ, ਸੁੱਚ ਸੰਜਮ ਦੇ ਨਾਲ ਪ੍ਰਸ਼ਾਦਾ ਤਿਆਰ ਕਰਦੇ ਨੇ। ਸੁੱਚ ਤੇ ਸੱਚ, ਇਹ ਦੋ ਚੀਜ਼ਾਂ ਦੀ ਅੱਜ ਕਮੀ ਹੈ। ਤਾਂ ਮਹਾਂਪੁਰਖ ਤਾਂ ਇਦਾਂ ਹੀ ਕਹਿੰਦੇ ਹਨ ਵੀ ਸੁੱਚ ਵੀ ਚਾਹੀਦੀ ਹੈ ਤੇ ਸੱਚ ਵੀ ਚਾਹੀਦਾ ਹੈ। ਅੱਜ ਕੱਲ੍ਹ ਸੁੱਚ ਦੀ ਜਗ੍ਹਾ ਝੂਠ ਤੇ ਸੱਚ ਦੀ ਜਗ੍ਹਾ ਝੂਠ, ਇਹ ਬੜਾ ਚੱਲ ਪਿਆ ਸਿੱਖਾਂ ਦੇ ਵਿੱਚ। ਜਿੱਥੋਂ ਮਰਜ਼ੀ ਖਾ ਲੈਂਦੇ ਹਨ, ਜਿੱਥੋਂ ਮਰਜ਼ੀ ਪੀ ਜਾਂਦੇ, ਇਹ ਵੀ ਨਹੀਂ ਦੇਖਦੇ ਵੀ ਇਹ ਤੰਬਾਕੂ ਖਾਂਦਾ, ਸ਼ਰਾਬ ਪੀਂਦਾ, ਇਹਦਾ ਜੀਵਨ ਕਿੱਦਾਂ ਦਾ। ਤਾਂ ਜਿਹਦੇ ਮਰਜ਼ੀ ਹੱਥ ਦਾ ਖਾਂਦੇ ਹਨ, ਜਿਹੋ ਜਿਹਾ ਖਾਈ ਜਾਂਦੇ ਉਹੋ ਜਿਹੇ ਮਨ ਬਣੀ ਜਾਂਦੇ। ਨਿਤਨੇਮ ਤੋਂ ਬੇਮੁਖ ਨੇ, ਸੇਵਾ ਕਰਨ ਨੂੰ ਜੀ ਨਹੀਂ ਕਰਦਾ, ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ। ਕਿਉਂ? ਜਿਹੋ ਜਿਹੀ ਕਮਾਈ ਖਾਈਏ ਉਹੋ ਜਿਹਾ ਬੇਈਮਾਨ ਮਨ ਹੋਈ ਜਾਂਦਾ ਹੈ। ਤਾਂ ਇਸ ਕਰਕੇ ਸਾਧ ਸੰਗਤ ਜੀ ਸੁੱਚ ਤੇ ਸੱਚ,
ਇਹ ਗੁਰੂ ਘਰ ਦੇ ਵਿੱਚ ਤੁਰੀਆਂ ਆਉਂਦੀਆਂ ਹਨ। ਤਾਂ ਇੱਥੇ ਮਹਾਰਾਜ ਜੀ ਬੜੇ ਪ੍ਰੇਮ ਦੇ ਨਾਲ ਜਿਹੜੇ ਰਸੋਈਏ ਸੀ ਉਹ ਬੜੀ ਸੁੱਚ ਦੇ ਨਾਲ ਲੰਗਰ ਤਿਆਰ ਕਰਦੇ ਸੀ। ਬਾਣੀ ਵਿੱਚ ਵੀ ਲਿਖਿਆ ਹੈ, ਨਾਨਕ ਸੱਚ ਸੁਚ ਪਾਈਐ ਤੇ ਸੰਤਨ ਕੇ ਪਾਸ। ਜਿਹੜੇ ਸੰਤ ਹੁੰਦੇ ਉਹਨਾਂ ਤੋਂ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤੇ ਉਹਨਾਂ ਤੋਂ ਸੱਚ ਹੁੰਦਾ, ਦੂਜਾ ਮਨ ਦੀ ਵੀ ਸੋਚ ਹੁੰਦੀ ਆ, ਸਰੀਰ ਦੀ ਵੀ ਸੋਚ ਹੁੰਦੀ। ਪਰ ਜਿੱਥੇ ਕੱਲੀ ਸਰੀਰ ਦੀ ਸੋਚ ਆ, ਮਨ ਦੀ ਸੋਚ ਨਹੀਂ, ਉੱਥੇ ਫਿਰ ਮਹਾਰਾਜ ਨੇ ਇੱਦਾਂ ਵੀ ਬੇਨਤੀ ਕੀਤੀ ਆ, ਉਪਦੇਸ਼ ਦਿੱਤਾ ਹੈ, ਤਨ ਧੋਤੇ ਮਨ ਹੱਛਾ ਨਾ ਹੋਏ, ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਜਿੱਥੇ ਕੱਲਾ ਐਵੇਂ ਸਰੀਰ ਨੂੰ ਹੀ ਮਲੀ ਜਾਂਦਾ ਵਾ, ਮਨ 'ਚ ਕਾਮ ਕ੍ਰੋਧ ਲਈ ਬੈਠਾ, ਉੱਥੇ ਮਹਾਰਾਜ ਨੇ ਇੱਦਾਂ ਵੀ ਆਖਿਆ, ਸੋਚਿਆ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਪਰ ਜਿੱਥੇ ਮਨ ਸੁੱਚਾ ਵਾ, ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਉੱਥੇ ਫਿਰ ਇੰਨੀ ਉਸਤਤ ਕੀਤੀ, ਜਨਮ ਰਤਨ ਜੀ ਨਹੀਂ ਖੱਟਿਆ, ਭਲੇ ਸੇਵਣ ਜਾ ਰਹੇ। ਉਹ ਭਲੇ ਹਨ, ਵਪਾਰੀ ਹਨ ਅਸਲੀ, ਉਹ ਪੂਜਨੀਕ ਹਨ। ਜਿਵੇਂ ਅੱਜ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਜਨਮ ਦਿਨ ਹੈ, ਉਹ ਪੂਜਨੀਕ ਹਨ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਮਨ ਕਾ ਇਹ ਸਵਾਓ, ਜਨ ਕੈ ਸੰਗ ਚਿਤਾਵੈ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤਾਂ ਜਿੱਥੇ ਬਾਣੀ 'ਚ ਲਿਖਿਆ ਨਾ, ਸੋਚ ਨਾ ਕੁਝ ਨਹੀਂ ਬਣਦਾ, ਉੱਥੇ ਬਾਹਰਲੀ ਸੋਚ ਆ। ਪਰ ਜਿੱਥੇ ਮਨ ਦੀ ਸੋਚ ਦੀ ਗੱਲ ਆ, ਉੱਥੇ ਮਹਾਰਾਜ ਜੀ ਨੇ ਫਿਰ ਇਹ ਬਚਨ ਕੀਤੇ, ਨਾਨਕ ਸੱਚ ਸੁਚ ਪਾਈਐ ਤੇ ਸੰਤਨ ਕੇ ਪਾਸ। ਇਸ ਕਰਕੇ ਸਾਧ ਸੰਗਤ ਜੀ ਬੜੀ ਸੋਚ ਦੇ ਨਾਲ ਉੱਥੇ ਪ੍ਰਸ਼ਾਦਾ ਬਣਦਾ ਸੀ। ਜਿਨਕੇ ਸਵਾਦ ਮਹਾਸ਼ੁਭ ਆਵੈ, ਬਣਾਉਣ ਵਾਲੇ ਐਸੇ ਸਨ, ਜੀਵਨ ਵਾਲੇ ਸਨ, ਇਸ ਕਰਕੇ ਸਵਾਦ ਵੀ ਮਹਾਸ਼ੁਭ ਆਉਂਦਾ ਸੀ। ਸਰਬ ਤਿਆਰ ਹੋਇਆ ਭੋਜਨ ਜਬ ਹੀ, ਜਦੋਂ ਭੋਜਨ ਤਿਆਰ ਹੋ ਜਾਂਦਾ ਸੀ ਸਾਰਾ, ਰਸੋਈਆ ਗੁਰ ਟਿਕ ਤਬ ਹੀ, ਤਾਂ ਲਾਂਗਰੀ ਸਤਿਗੁਰੂ ਜੀ ਕੋਲੇ ਜਾਂਦਾ ਸੀ। ਹਾਥ ਬੰਦ ਵੈ ਠਾਂਡੇ ਰਹੀ, ਹੱਥ ਜੋੜ ਕੇ ਖਲੋਤਾ ਰਹਿੰਦਾ ਸੀ। ਨਿਜ ਮੁਖ ਤੇ ਕੋ ਬਚਨ ਨਾ ਕਹਈ, ਆਪਣੇ ਮੁਖ ਤੋਂ ਕੋਈ ਬਚਨ ਨਹੀਂ ਸੀ ਕਰਦਾ। ਤਹ ਕਿਤਕ ਕਾਲ ਅਸਤਾਹੀ, ਜਦੋਂ ਕਾਫੀ ਸਮਾਂ ਉਹ ਹੱਥ ਜੋੜ ਕੇ ਖਲੋਤੇ ਰਹਿੰਦੇ ਨੂੰ ਬੀਤ ਜਾਂਦੇ ਸਨ। ਜਪ ਲੋ ਪ੍ਰਭੂ ਬਿਲੋਕੈ ਨਾਹੀ, ਜਿੰਨਾ ਚਿਰ ਮਹਾਰਾਜ ਉਹਦੇ ਵੱਲ ਦੇਖਦੇ ਨਹੀਂ ਸਨ। ਸਹਿਜ ਸੁਭਾਏ ਦ੍ਰਿਸ਼ਟ ਗੁਰ ਪਰ ਹੀ, ਜਦੋਂ ਸਹਿਜ ਸੁਭਾਅ ਮਹਾਰਾਜ ਦੀ ਨਿਗਾਹ ਪੈ ਜਾਂਦੀ ਸੀ ਰਸੋਈਏ ਉੱਤੇ, ਸੰਗ ਅਸ ਬਚਨ ਉਚਰਹੀ, ਤਾਂ ਉਹ ਸ੍ਰੇਸ਼ਟ ਧਰਮੀ ਪੁਰਸ਼ ਦੇ ਨਾਲ ਮਹਾਰਾਜ ਐਸਾ ਬਚਨ ਕਰਦੇ ਸਨ। ਇਹ ਦਿਜ ਭੋਜਨ ਭਇਓ ਤਿਆਰੀ, ਹੇ ਦੋ ਜਨਮ ਵਾਲੇ ਭਾਵ, ਦਿਜ ਕਹਿੰਦੇ ਜਿਹਦੇ ਦੋ ਜਨਮ ਹੋਣ, ਪਹਿਲਾ ਮਾਂ ਪਿਓ ਦੇ ਘਰ, ਦੂਜਾ ਗੁਰੂ ਦੇ ਘਰ, ਗੁਰੂ ਧਾਰਨ ਕੀਤਾ ਹੋਵੇ, ਉਹਨੂੰ ਦਿਜ ਕਹਿ ਦਿੰਦੇ ਹਨ। ਦਵਿਜ ਮੈਨੇ ਦੋ ਵਾਰੀ ਜੰਮਿਆ। ਜਿਹੜੇ ਅੰਮ੍ਰਿਤਧਾਰੀ ਹੁੰਦੇ ਦੋ ਵਾਰੀ ਜੰਮੇ ਆ, ਇੱਕ ਵਾਰੀ ਮਾਂ ਪਿਓ ਦੇ, ਇੱਕ ਵਾਰੀ ਕਲਗੀਧਰ ਜੀ ਦੇ, ਤਾਂ ਉਹਨੂੰ ਕਹਿੰਦੇ ਦਵਿਜ ਮੈਨੇ ਦੋ ਵਾਰੀ ਜੰਮਿਆ। ਜਾਂ ਇਹ ਬ੍ਰਾਹਮਣ ਨੂੰ ਵੀ ਕਹਿ ਦਿੰਦੇ ਦਵਿਜ, ਬ੍ਰਾਹਮਣ ਦੋ ਵਾਰੀ ਜੰਮਿਆ, ਪਹਿਲਾਂ ਮਾਂ ਪਿਓ ਦੇ ਜੰਮਿਆ, ਫਿਰ ਉਹਨੇ ਜਨੇਊ ਪਾਇਆ। ਤਾਂ ਇੱਥੇ ਦਵਿਜ ਦਾ ਮਤਲਬ ਆ ਗੁਰੂ ਕੇ ਸਿੱਖ, ਜਿਨ੍ਹਾਂ ਗੁਰੂ ਧਾਰਨ ਕੀਤਾ, ਦੋ ਵਾਰੀ ਜੰਮੇ ਹਨ। ਕਾਰਨ ਕਹੋ ਉਚਾਰੀ, ਤਾਂ ਜਿਹੜੇ ਦੋ ਵਾਰੀ ਜੰਮੇ ਹਨ, ਭਾਵ ਇੱਕ ਵਾਰੀ ਗੁਰੂ ਦੇ, ਇੱਕ ਵਾਰੀ ਸੰਸਾਰ ਦੇ। ਸੰਸਾਰ ਦੇ ਤੇ ਸਾਰੇ ਹੀ ਜੰਮੇ ਆ, ਗੱਲ ਤੇ ਗੁਰੂ ਦੇ ਘਰ ਗੁਰੂ ਧਾਰਨ ਕਰਨ ਦੀ ਹੈ। ਮਹਾਰਾਜ ਜੀ ਨੇ ਬਾਣੀ 'ਚ ਲਿਖਿਆ, ਸਤਿਗੁਰ ਕੈ ਜਨਮੇ ਗਮਨ ਮਟਾਇਆ, ਅਨਹਤ ਰਾਤੇ ਇਹੋ ਮਨ ਲਾਇਆ, ਆਸਾ ਮਨਸਾ ਸ਼ਬਦ ਸਮਾਈ। ਇੱਦਾਂ ਬਚਨ ਆਉਂਦੇ ਬਾਣੀ ਦੇ ਵਿੱਚ, ਜਿਹੜੇ ਗੁਰੂ ਦੇ ਘਰ ਦੇ ਵਿੱਚ ਜੰਮ ਪੈਂਦੇ, ਉਹਨਾਂ ਦਾ ਜੰਮਣ ਮਰਨ ਮਿਟ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ, ਹੇ ਭਾਈ, ਹੇ ਗੁਰੂ ਕੇ ਸਿੱਖ, ਪ੍ਰਸ਼ਾਦਾ ਤਿਆਰ ਹੈ ਕਿ ਨਹੀਂ? ਆਇਆ ਕਾਰਨ ਕਹੋ ਉਚਾਰੀ, ਆਇਆ ਹੈ ਸੱਦਣ ਦੱਸ ਸਾਨੂੰ। ਸ਼੍ਰੀ ਪ੍ਰਭ ਤੁਮਰੀ ਕਰਨਾ ਕਰਕੇ, ਹੇ ਪ੍ਰਭੂ ਜੀ ਤੁਹਾਡੀ ਕਿਰਪਾ ਕਰਕੇ। ਆਹਾਰ ਤਿਆਰ ਸੁਧਰ ਕੈ, ਹੇ ਮਹਾਰਾਜ ਜੀ, ਪ੍ਰਸ਼ਾਦਾ ਜਿਹੜਾ ਹੈ
ਉਹ ਸੋਧ ਕੇ ਪ੍ਰਜਾਦਾ ਨਾਲ ਤਿਆਰ ਕੀਤਾ ਹੈ। ਤੇ ਸੰਗ ਜਾਏ ਜਗ ਸਾਈ, ਤਾਂ ਫਿਰ ਸਤਿਗੁਰੂ ਜੀ ਗੁਰੂ ਘਰ ਦੇ ਵਿੱਚੋਂ ਉੱਠ ਕੇ ਲਾਂਗਰੀ ਨਾਲ ਤੁਰ ਪੈਂਦੇ ਹਨ। ਰੁਚ ਅਨੁਸਾਰ ਸੋ ਭੋਜਨ ਖਾਈ, ਤਾਂ ਜਿੰਨੀ ਕੁ ਮਹਾਰਾਜ ਦੀ ਰੁਚੀ ਹੁੰਦੀ ਓਨਾ ਕੁ ਪ੍ਰਸ਼ਾਦਾ ਛਕਦੇ ਹਨ। ਔਰ ਦੇਗ ਵਰਤਾ ਪਛਚਾਤੀ, ਫਿਰ ਮਹਾਰਾਜ ਨੂੰ ਛਕਾਉਣ ਤੋਂ ਬਾਅਦ ਫਿਰ ਜਿਹੜੀ ਦੇਗ ਸੀ, ਲੰਗਰ ਸੀ, ਫਿਰ ਸਾਰੀਆਂ ਸੰਗਤਾਂ ਵਿੱਚ ਵਰਤਦਾ ਸੀ। ਸਰਬ ਸੰਗਤਾ ਹੋਏ ਅਗਾਤੀ, ਤੇ ਸਰਬ ਸੰਗਤੀ ਜਿੰਨੀਆਂ ਸੰਗਤਾਂ ਸਨ ਉਹ ਸਾਰੀਆਂ ਤ੍ਰਿਪਤ ਹੁੰਦੀਆਂ ਸਨ ਪ੍ਰਸ਼ਾਦਾ ਛਕ ਦੋਨੋਂ ਕੇ। ਸਭਾ ਭਾਤ ਇਸ ਹੋਏ, ਇਸੇ ਤਰ੍ਹਾਂ ਦੋਵੇਂ ਸਮੇਂ ਇਸ ਤਰ੍ਹਾਂ ਲੰਗਰ ਬਣਦਾ ਸੀ। ਆਵਹ ਖਾਏ ਨਾ ਹਟਕਾ ਕੋਏ, ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਆਉਂਦੇ ਸਨ, ਖਾਂਦੇ ਸਨ, ਕੋਈ ਕਿਸੇ ਨੂੰ ਰੋਕਦਾ ਨਹੀਂ ਸੀ, ਜਾਤ ਪਾਤ ਦਾ ਭੇਦ ਨਹੀਂ ਸੀ ਲੰਗਰ 'ਚ ਕੀਤਾ ਜਾਂਦਾ। ਦਰਸ਼ਨ ਦੇਖਾ ਪੂਰਾ ਆਸਾ, ਸਪੀਕਰ ਕਿੱਥੇ ਤੇ ਮੂੰਹ ਕਿੱਥੇ ਤੇਰਾ? ਤਾਂ ਦਰਸ਼ਨ ਦੇਖ ਕੇ ਆਸਾ ਜਿਹੜੀ ਆ ਮਹਾਰਾਜ ਦੀ ਕਿਰਪਾ ਕਰਕੇ ਉਹਨਾਂ ਦੀ ਪੂਰੀ ਕਰ ਦਿੰਦੇ ਸਨ। ਸ਼ਬਦ ਕਰ ਪ੍ਰੇਮ ਹੁਲਾਸਾ, ਤੇ ਬੜੇ ਪ੍ਰੇਮ ਦੇ ਨਾਲ ਸ਼ਬਦ ਪੜ੍ਹਦੇ ਨੇ, ਹੁਲਾਸ ਦੇ ਨਾਲ। ਸਮੀਪ ਰਹਿ ਸੁਖ ਪਾਈ, ਤਾਂ ਕੁਝ ਸਮਾਂ ਮਹਾਰਾਜ ਜੀ ਦੇ ਪਾਸ ਰਹਿੰਦੇ ਹਨ, ਸੁੱਖ ਪਾਉਂਦੇ ਹਨ। ਦਰਸ ਕਰ ਸਗਨ ਸਿਧਾਈ, ਤੇ ਕੁਝ ਸੰਗਤਾਂ ਦਰਸ਼ਨ ਕਰਕੇ ਸਾਧ ਸੰਗਤ ਜੀ ਆਪਣੇ ਘਰ ਚਲੇ ਜਾਂਦੀਆਂ ਹਨ। ਇਸ ਪ੍ਰਕਾਰ ਬੀਤਿਓ ਕਿਤ ਕਾਲਾ, ਇਸ ਤਰ੍ਹਾਂ ਕਾਫੀ ਸਮਾਂ ਬੀਤ ਗਿਆ। ਔਰ ਤਪਹਿ ਤਪ ਕਠਨ ਕਿਰਪਾਲਾ, ਤਾਂ ਸਤਿਗੁਰੂ ਜੀ ਫੇਰ ਬੜਾ ਤਪ ਕਰਦੇ ਨੇ, ਜਿਹੜਾ ਕਰੜਾ ਤਪ ਆ ਕਿਸੇ ਪਾਸੋਂ ਹੁੰਦਾ ਨਹੀਂ। ਭੋਜਨ ਤਜਿਓ ਨਾ ਅਚਕ ਦਾਈ, ਤਾਂ ਸਤਿਗੁਰੂ ਜੀ ਮਹਾਰਾਜ ਜੀ ਨੇ ਭੋਜਨ ਜਿਹੜਾ ਸੀ, ਪ੍ਰਸ਼ਾਦਾ ਜਿਹੜਾ ਸੀ, ਉਹ ਛੱਡ ਦਿੱਤਾ ਤੇ ਹੁਣ ਉਹਨੂੰ ਛਕਦੇ ਨਹੀਂ ਹਨ। ਐਸਾ ਤਪ ਕੀਤਾ ਸੀ ਮਹਾਰਾਜ ਨੇ। ਇੱਕ ਅਰਕ ਫੁੱਲ ਖਾਏ ਮੰਗਾਈ, ਐਸੇ ਤਪ ਕਰਕੇ ਦਿਖਾਏ ਸੀ ਮਹਾਰਾਜ ਨੇ। ਅੱਕ ਦਾ ਜਿਹੜਾ ਫੁੱਲ ਹੁੰਦਾ ਨਾ, ਉਹਨੂੰ ਮੰਗਾ ਕੇ ਵੇਖ ਲਓ, ਅੱਕ ਕਿੱਡਾ ਜ਼ਹਿਰ ਵਰਗਾ ਕੌੜਾ ਜ਼ਹਿਰ ਹੀ ਆ ਨਿਰਾ। ਅੱਕ ਦਾ ਫੁੱਲ ਜਿਹੜਾ ਉਹ ਇੱਕ ਖਾਂਦੇ ਹੁੰਦੇ ਸੀ 24 ਘੰਟਿਆਂ ਵਿੱਚ। ਇਸ ਪ੍ਰਕਾਰ ਨਿਸ ਦਿਵਸ ਬਿਤਾਵੈ ਹੈ, ਏਦਾਂ ਮਹਾਰਾਜ ਨੇ ਵੱਡੇ ਵੱਡੇ ਤਪਸਵੀਆਂ ਦਾ ਹੰਕਾਰ ਤੋੜਿਆ ਸੀ ਇੱਥੇ, ਜਿਹੜੇ ਕਹਿੰਦੇ ਸੀ ਵੀ ਅਸੀਂ ਰੋਟੀ ਨਹੀਂ ਖਾਂਦੇ, ਅਸੀਂ ਦੁੱਧ ਪੀਂਦੇ ਹਾਂ। ਤੇ ਜਿਹਨੂੰ ਦੁੱਧ ਮਿਲ ਗਿਆ ਉਹਨੂੰ ਤੇ ਫਿਰ ਸਭ ਕੁਝ ਠੀਕ ਹੀ ਆ। ਤਾਂ ਕਈ ਕਹਿੰਦੇ ਅਸੀਂ ਰੋਟੀ ਵੀ ਨਹੀਂ ਖਾਂਦੇ, ਅਸੀਂ ਫਲਾਹਾਰੀ ਆ। ਤੇ ਜਿਹਨੂੰ ਫਲ ਮਿਲੀ ਗਏ ਉਹਨੂੰ ਤੇ ਸਾਰੇ ਹੀ ਵਿਟਾਮਿਨ ਤੱਤ ਮਿਲੀ ਗਏ, ਉਹ ਵੀ ਠੀਕ ਹੀ ਆ ਕੰਮ। ਅਸਲੀ ਤਪ ਫਿਰ ਮਹਾਰਾਜ ਨੇ ਇੱਥੇ ਹੰਕਾਰ ਤੋੜਿਆ ਵੱਡੇ ਵੱਡੇ ਤਪੱਸੀਆਂ ਦਾ। ਅੱਕ ਦਾ ਫੁੱਲ ਖਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦਗੀ ਕਰਕੇ ਦਿਖਾਈ ਸੀ। ਪੁਨ ਜਲ ਆਦ ਨਾ ਕੰਠ ਪੁਜਾਵਹਿ, ਇਸ ਤਰ੍ਹਾਂ ਰਾਤ ਦਿਨ ਬਤੀਤ ਕਰਦੇ ਸੀ। ਫਿਰ ਇੰਨਾ ਕਠਨ ਤਪ ਕੀਤਾ ਸੀ ਸਤਿਗੁਰੂ ਜੀ ਨੇ, ਪਾਣੀ ਆਦਿਕ ਵੀ ਗਲ ਤੱਕ ਨਹੀਂ, ਮੂੰਹ ਤੱਕ, ਬੁੱਲਾਂ ਤੱਕ ਨਹੀਂ ਸੀ ਲਾਉਂਦੇ। ਦੋਏ ਕੋਸ ਲਗ ਕੀਨ ਨਿਸ਼ਾਨੀ, ਤੇ ਫਿਰ 2 ਕੋਹ ਦੀ ਨਿਸ਼ਾਨੀ ਬੰਨ ਲਈ। ਤਿਨਕੇ ਵਿੱਚ ਵਿਚਰਤ ਗੁਣ ਖਾਨੀ, ਉਹ 2 ਕੋਹ ਦੇ ਵਿੱਚ ਮਹਾਰਾਜ ਤੁਰਦੇ ਹੁੰਦੇ ਸੀ ਤੇ ਬੰਦਗੀ ਕਰਦੇ ਸੀ। ਜਿਵੇਂ ਤੁਰ ਕੇ ਜਪਜੀ ਸਾਹਿਬ ਦੇ ਪਾਠ ਕਰਦੇ ਗੁਰੂ ਕੇ ਸਿੱਖ, ਸੁਖਮਣੀ ਸਾਹਿਬ ਕਰਦੇ ਹਨ, ਜਾਂ ਮਹਾਂਪੁਰਖ ਜਿਵੇਂ ਤੁਰ ਕੇ ਬਾਬਾ ਫਰੀਦ ਸਾਹਿਬ ਕੁਝ ਬੰਨ ਲੈਂਦੇ ਨੇ ਨਿਸ਼ਾਨੀ ਵੀ ਇੰਨਾ ਤੁਰਨਾ ਤੇ ਇੰਨਾ ਜਾਪ ਕਰਨਾ। ਇੱਦਾਂ ਮਹਾਂਪੁਰਖ ਕਰਦੇ ਹੁੰਦੇ ਸੀ। ਜਿਵੇਂ ਦਮਦਮੀ ਟਕਸਾਲ ਦੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪਣੇ ਪਿੰਡੋਂ ਤੁਰਦੇ ਹੁੰਦੇ ਸੀ ਵੀ ਤੁਰ ਕੇ ਸ੍ਰੀ ਅਨੰਦਪੁਰ ਸਾਹਿਬ ਜਾਣਾ, ਪੈਦਲ ਤੁਰ ਕੇ, ਤੇ ਇੰਨੇ ਪਾਠ ਅਸੀਂ ਜਪਜੀ ਸਾਹਿਬ ਦੇ ਕਰਨੇ। ਇੱਦਾਂ ਜਿਹੜੇ ਮਹਾਂਪੁਰਖ ਹੁੰਦੇ ਤਪਸਵੀ, ਉਹ ਤੁਰਨ ਦਾ ਕੁਝ ਬੰਨ ਲੈਂਦੇ ਨੇ ਨਿਯਮ, ਤੇ ਉਹਦੇ ਵਿੱਚ ਤੁਰ ਕੇ ਫਿਰ ਉਹ ਭਜਨ ਕਰਦੇ ਨੇ, ਸਿਮਰਨ ਕਰਦੇ ਹਨ। ਤੇ ਸ਼ਬ ਬਚਨ ਉਚਰਹੀ, ਤੇ ਸ਼੍ਰੀ ਮੁਖ ਤੋਂ ਸ਼ੋਭਾ ਵਾਲੇ ਮੁਖ ਤੋਂ ਬੜੇ ਸ਼ੁਭ ਬਚਨ ਉਚਾਰਦੇ ਹਨ। ਆਂਡੇ ਸਗਰੋ ਦਿਵਸ ਗੁਜ਼ਾਰ ਹੈ, ਇਸ ਤਰ੍ਹਾਂ ਸਾਰੀ ਦਿਹਾੜੀ ਮਹਾਰਾਜ ਖਲੋਤੇ ਰਹਿੰਦੇ ਸੀ, ਖਲੋ ਕੇ ਤਪ ਕਰਦੇ ਸੀ ਜਾਂ ਤੁਰ ਕੇ ਤਪ ਕਰਦੇ ਸਨ। ਇਤ ਤੇ ਉਤ ਉਤ ਤੇ ਸੋ ਇਤ ਬਾਸਰ ਕਰੈ ਬਿਹਾਏ, ਇਧਰੋਂ ਉਧਰ ਜਾਣਾ, ਉਧਰੋਂ ਇੱਧਰ ਆਉਣਾ, ਇਦਾਂ ਸਾਰਾ ਦਿਨ ਮਹਾਰਾਜ ਤੁਰਦੇ ਰਹਿੰਦੇ ਸੀ ਤੇ ਤਪ ਕਰਦੇ ਸਨ। ਕਾਰਕ ਪੀਨ ਕਟ ਤਾਂਬਰ ਕੀ ਸਿਰ ਦਕੂਲ ਸੁਹਾਏ, ਉਸ ਸਮੇਂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਦੇ ਹੱਥ ਦੇ ਵਿੱਚ
ਚੰਦਨ ਦੇ ਰੰਗ ਦੀ, ਲਾਲ ਰੰਗ ਦੀ ਕਹਿ ਸਕਦੇ ਹਾਂ, ਤਾਂਬੇ ਰੰਗੀ ਕੁਪੀਨ ਸੀ। ਔਰ ਆਪਣੇ ਕੱਟ ਕਹਿੰਦੇ ਲੱਕ ਨੂੰ, ਤਾਂ ਮਹਾਰਾਜ ਦੇ ਲੱਕ ਨੂੰ ਚੰਦਨ ਦੇ ਰੰਗ ਦੀ ਕਪੀਨ ਸੀ। ਸਿਰ ਦੋ ਕੂਲ ਸਹਾਏ, ਤੇ ਸਿਰ ਉੱਤੇ ਮਹਾਰਾਜ ਜੀ ਨੇ ਛੋਟਾ ਪਰਨਾ ਬੰਨਿਆ ਸੀ। ਚੌਪਈ ਸਗਰੇ ਤਿਆਗੇ ਅਕਰਜ ਚੀਰਾ, ਬਾਕੀ ਸਾਰੇ ਸਰੀਰ ਤੋਂ ਕੱਪੜੇ ਮਹਾਰਾਜ ਨੇ ਲਾਏ ਸੀ। ਪਿੰਡਾ ਸਾਰਾ, ਲੱਕ ਸਾਰਾ, ਬਾਕੀ ਸਾਰਾ ਸਰੀਰ, ਭਾਵ ਛੋਟਾ ਜਿਹਾ ਕਛਹਿਰਾ, ਤੇ ਸਿਰ ਤੇ ਛੋਟੀ ਜੀ ਪੱਗ ਜਿਹਨੂੰ ਆਪਾਂ ਸਾਫਾ ਕਹਿ ਦਿੰਦੇ, ਪਰਨਾ ਕਹਿ ਦਿੰਦੇ। ਬਾਕੀ ਸਾਰਾ ਸਰੀਰ ਨੰਗਾ ਰੱਖ ਕੇ ਤਪ ਕਰਦੇ ਸਨ। ਪ੍ਰਭ ਹੋਇਆ ਨਗਨ ਸਰੀਰਾ, ਤਾਂ ਸਤਿਗੁਰੂ ਜੀ ਤਪ ਕਰਦੇ ਨੇ ਨੰਗੇ ਸਰੀਰ। ਬਾਹਰੋਂ ਆਏ ਵਿਵਾਵਰ ਜਬ ਹੀ, ਫਿਰ ਜਦੋਂ ਰਾਤ ਪੈ ਜਾਂਦੀ ਸੀ ਇਸੇ ਹੋਏ ਕੁਟੀਮਾ ਤਬ ਹੀ, ਤਾਂ ਸਤਿਗੁਰੂ ਜੀ ਉਹ ਜਿੱਥੇ ਰੋੜੇ ਵਿਛਾਏ ਸੀ ਨਾ, ਉਹਦੇ ਕੁਟੀਆ ਦੇ ਵਿੱਚ ਚੌਂਕੜਾ ਮਾਰ ਕੇ ਬਹਿ ਜਾਂਦੇ ਸੀ ਰੋੜਿਆਂ ਉੱਪਰ। ਇਹ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀ ਪਵਿੱਤਰ ਰਚਨਾ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਹੈ। ਤਾਂ ਇਸ ਤਰ੍ਹਾਂ ਸਤਿਗੁਰੂ ਜੀ ਤਪ ਕਰਦੇ ਸਨ। ਸਭ ਨੂੰ ਹੀ ਕਰਨਾ ਪੈਂਦਾ। ਬਾਣੀ ਵਿੱਚ ਵੀ ਲਿਖਿਆ, ਜਪ ਤਪ ਕਾ ਬੰਧ ਬੇੜਲਾ। ਭਾਈ ਜਪ ਤਪ ਦੇ ਨਾਲ ਬੇੜਾ ਬੰਨਣਾ ਪੈਂਦਾ ਹੈ, ਫਿਰ ਸੰਸਾਰ ਸਮੁੰਦਰ ਤੋਂ ਤਰੀਦਾ ਹੈ। ਤਾਂ ਇਸ ਕਰਕੇ ਬਾਣੀ ਦੇ ਵਿੱਚ ਵੀ ਲਿਖਿਆ, ਕਲਗੀਧਰ ਮਹਾਰਾਜ ਜੀ ਨੇ, ਇਹ ਬਿਦ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਇ ਗਇਓ। ਇੰਨਾ ਤਪ ਕੀਤਾ, ਸਿਮਰਨ ਕੀਤਾ ਵੀ ਰੱਬ ਵਿੱਚ ਤੇ ਮੇਰੇ ਵਿੱਚ ਫਰਕ ਨਹੀਂ ਰਹਿ ਗਿਆ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਜੀਵਨੀ ਵਿੱਚ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਹੈ। ਤਾਂ ਇੱਦਾਂ ਸਾਧ ਸੰਗਤ ਜੀ, ਤਪ ਤਾਂ ਫਿਰ ਕਰਨਾ ਹੀ ਪੈਂਦਾ ਹੈ। ਸਤਿਗੁਰੂ ਜਿੱਤੇ ਕਿਰਪਾ ਕਰਨ ਉਹ ਕਰਦੇ ਹਨ, ਮਹਾਂਪੁਰਖ ਵੀ ਕਰਦੇ ਰਹੇ ਨੇ। ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 12 ਵਜੇ ਕਈ ਵਾਰੀ ਸੌਣਾ, 3 ਵਜੇ ਫੇਰ ਉੱਠ ਪੈਣਾ। ਇਸੇ ਤਰ੍ਹਾਂ ਕਦੀ 4 ਵਜੇ ਉੱਠ ਪੈਣਾ, ਕਦੀ 1 ਵਜੇ ਲੰਮੇ ਪੈਣਾ। ਤਾਂ ਇੱਦਾਂ ਸੇਵਾ ਰੂਪੀ ਤਪ ਸਾਰੇ ਹੀ ਕਰਦੇ ਹਨ। ਇੱਥੇ ਕਈਆਂ ਦੇ ਮਨ ਦੇ ਵਿੱਚ ਸ਼ੰਕਾ ਵੀ ਆ ਸਕਦੀ ਆ। ਅੱਗੇ ਹੋਰ ਦੱਸਦੇ ਹਨ, ਤਪ ਰੋੜਨ ਕੀ ਜੋ ਬਣਾਈ, ਜਿਹੜੀ ਸੇਜਾ ਸੀ ਉਹ ਰੋੜਿਆਂ ਦੀ ਬਣੀ ਸੀ। ਇਹ ਪਰ ਪੌੜ ਨਹੀਂ ਗਤਦਾਈ, ਜੇ ਲੰਮੇ ਪੈਣਾ ਤੇ ਉਹਨਾਂ ਰੋੜਾਂ ਉੱਤੇ ਹੀ ਲੰਮੇ ਪੈਂਦੇ ਸੀ। ਮੁਕਤੀ ਦਾਤਾ ਸਤਿਗੁਰੂ ਜੀ। ਬੜੀ ਤੋੜ ਉੱਠ ਸਰਤਾ ਤੀਰਾ, ਤੇ ਵੱਡੀ ਸਵੇਰ ਭਾਵ 12 ਵਜੇ 1 ਵਜੇ ਜਦੋਂ ਜਾਗ ਆ ਗਈ, ਉੱਠ ਕੇ ਨਦੀ ਦੇ ਕੰਢੇ ਤੁਰ ਜਾਣਾ। ਸੋ ਮਜਹ ਗੁਣੀ ਗਹੀਰਾ, ਫਿਰ ਰਾਵੀ ਨਦੀ ਦਾ ਪਾਣੀ ਬੜਾ ਸਾਫ਼ ਤੇ ਠੰਡਾ ਪਾਣੀ, ਉਹਦੇ ਵਿੱਚ ਜਾ ਕੇ ਇਸ਼ਨਾਨ ਕਰਕੇ ਖੜੇ ਰਹਿਣਾ। ਨਿਸ਼ਾਨੀ ਤਿਨਕੇ ਮਾਹੀ, ਤਾਂ ਸਾਧ ਸੰਗਤ ਜੀ ਫਿਰ ਨਦੀ ਦੇ ਵਿੱਚ ਨਿਸ਼ਾਨੀ ਕੀਤੀ। ਪੁਨ ਬੈਠੇ ਪ੍ਰਭ ਨਾਹੀ, ਜਦੋਂ ਪਾਣੀ ਲਹਿ ਜਾਂਦਾ ਦਰਿਆਵਾਂ ਦਾ, ਤੇ ਵਿੱਚ ਉਹ ਰੇਤਾ ਵਾਲਾ ਥਾਂ ਖਾਲੀ ਹੁੰਦਾ ਹੈ, ਉਹਦੇ ਵਿੱਚ ਤੁਰੇ ਫਿਰਨਾ ਨਦੀ ਦੇ ਵਿੱਚ। ਇੱਦਾਂ ਮਹਾਰਾਜ ਸਿਮਰਤ ਕਰਦੇ ਰਹੇ ਹਨ। ਇਸ ਤਰ੍ਹਾਂ ਕਾਫੀ ਸਮਾਂ ਸਤਿਗੁਰੂ ਜੀ ਨੇ ਤਪ ਕੀਤਾ ਸੀ। ਫਿਰ ਇੱਕ ਦਿਨ ਮਨ ਦੇ ਵਿੱਚ ਵਿਚਾਰ ਆਈ ਵੀ ਅੱਕ ਦਾ ਫੁੱਲ ਵੀ ਨਹੀਂ ਖਾਣਾ, ਉਹ ਵੀ ਛੱਡ ਦਿੱਤਾ ਸੀ ਮਹਾਰਾਜ ਨੇ। ਤਾਂ ਜਿਵੇਂ ਬਾਬਾ ਫਰੀਦ ਸਾਹਿਬ ਜੀ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਤਾਂ ਉਹ ਰੋਟੀ ਭਾਵ ਲੱਕੜ ਨੂੰ ਚੱਕ ਮਾਰ ਲੈਣਾ, ਜਾਂ ਲੱਕੜ ਦਾ ਅਰਥ ਇਹ ਵੀ ਕਰਦੇ ਆ ਵੀ ਦਰਖਤਾਂ ਦੇ ਪੱਤੇ ਤੋੜ ਕੇ ਬਾਲ ਕੇ ਖਾ ਲੈਣੇ। ਅਲੂਣਾ ਜਿਹਨੂੰ ਸਾਗ ਕਹਿ ਦਿੰਦੇ, ਪੱਤੇ ਤੋੜ ਕੇ ਖਾਣੇ। ਤਾਂ ਇੱਦਾਂ ਫਿਰ, ਜਾਂ ਫਿਰ ਸੰਤੋਖ ਦੇ ਵਾਸਤੇ ਲੱਕੜ ਗਲ 'ਚ ਪਾਈ ਹੁੰਦੀ ਸੀ, ਉਹਨੂੰ ਚੱਕ ਵੱਢ ਲੈਣਾ ਵੀ ਮਨ ਨੂੰ ਤਸੱਲੀ ਜੀ ਕਰਾਈਏ। ਇੱਦਾਂ ਮਨ ਨੂੰ ਮਾਰ ਛੱਡਣਾ। ਤਾਂ ਮਹਾਰਾਜ ਨੇ ਫਿਰ ਇੱਕ ਏਡਾ ਔਖਾ ਨਿਯਮ ਕੀਤਾ ਜਿਹੜਾ ਅੱਜ ਤੱਕ ਨਹੀਂ ਕਿਸੇ ਤੋਂ ਹੋਇਆ। ਉਹ ਕੀ, ਜਿਹੜੀ ਰੇਤਾ ਸੀ ਨਾ ਸਾਧ ਸੰਗਤ ਜੀ, ਇੱਕ ਮਾਸਾ ਰੇਤਾ, ਉਹ ਸਤਿਗੁਰੂ ਜੀ ਮੂੰਹ ਦੇ ਵਿੱਚ ਪਾ ਛੱਡਦੇ ਸਨ, ਤੇ ਹੋਰ ਕੁਝ ਨਹੀਂ ਸੀ ਖਾਂਦੇ। ਵੈਸੇ ਬਾਣੀ ਦੇ ਵਿੱਚ ਲਿਖਿਆ ਵੀ ਖਾਣਾ ਨਹੀਂ ਛੱਡਣਾ। ਜਿਹੜੇ ਖਾਣਾ ਛੱਡਦੇ ਹਨ ਉਹ ਪਖੰਡ ਕਰਦੇ ਹਨ। ਪਰ ਜਦੋਂ ਤੁਸੀਂ ਸਿਮਰਨ ਕਰਦੇ ਆ, ਬੰਦਗੀ ਕਰਦੇ ਆ, ਇੱਕ ਤਾਂ ਹੁੰਦਾ ਦਿਖਾਵੇ ਨੂੰ ਛੱਡਣਾ, ਜਾਂ ਜ਼ੋਰ ਕਰਕੇ ਛੱਡਣਾ, ਆਪਣਾ ਹੱਠ ਕਰਕੇ ਛੱਡਣਾ।
ਇੱਕ ਹੁੰਦਾ ਜਿਹੜਾ ਸੁਤੇ ਸਿੱਧੀ ਛੱਡਿਆ ਜਾਣਾ, ਆਪਣੇ ਆਪ ਘਟ ਜਾਣਾ। ਇੱਕ ਤਾਂ ਨੀਂਦ ਆ ਨਾ ਵੀ ਆਪਾਂ ਆਪ ਘਟਾਉਣੇ ਜ਼ਬਰਦਸਤੀ, ਵੀ ਮੈਂ ਨਹੀਂ ਸੌਣਾ, ਜਿੱਦ ਕਰਨੀ, ਹੱਠ ਕਰਨਾ। ਤੇ ਇੱਕ ਖਾਣਾ ਜ਼ਬਰਦਸਤੀ ਘਟਾਉਣਾ, ਇਹ ਨਹੀਂ। ਇੱਕ ਸੰਤਾਂ ਦਾ ਹੁੰਦਾ ਵਾ, ਉਹ ਹੱਠ ਕਰਕੇ ਕਰਦੇ ਲੋਕ, ਜਿਹਨੂੰ ਵਰਤ ਧਾਰਨਾ ਕਹਿੰਦੇ। ਜਿਵੇਂ ਵਰਤ ਰੱਖ ਲਿਆ, ਹੱਠ ਕਰ ਲਿਆ, ਮੈਂ ਨਹੀਂ ਖਾਣਾ ਅੱਜ ਸਾਰੀ ਦਿਹਾੜੀ। ਤੇ ਇੱਕ ਆਤਮਾ ਰੂੜ ਅਵਸਥਾ ਵਾਲੇ ਮਹਾਂਪੁਰਖ ਹੁੰਦੇ ਆ। ਡਾਕਟਰ ਸਾਹਿਬ ਲਿਖਦੇ, ਭਾਈ ਵੀਰ ਸਿੰਘ ਜੀ ਨੇ ਇੱਥੇ ਦੋਵਾਂ ਦਾ ਫੈਸਲਾ ਕੀਤਾ ਕਿ ਇੱਥੇ ਵੱਡੇ ਵੱਡੇ ਬੰਦੇ ਸ਼ੰਕਾ ਕਰ ਲੈਂਦੇ ਆ ਵੀ ਨਹੀਂ ਜੀ ਤਾਪ ਕਰਨਾ ਬਾਣੀ 'ਚ ਨਹੀਂ ਲਿਖਿਆ। ਤੇ ਬਾਣੀ 'ਚ ਕੀ ਲਿਖਿਆ? ਸੁੱਤੇ ਰਹੋ ਫਿਰ ਮੰਜੇ ਨਾਲ ਸ਼ਰਤ ਲਾ ਕੇ। ਇਹ ਵੀ ਕਿੱਥੇ ਲਿਖਿਆ ਵੀ ਸੁੱਤੇ ਰਹੋ? ਤਾਂ ਇੱਦਾਂ ਸਾਧ ਸੰਗਤ ਜੀ, ਕਈ ਲੋਕ ਇਹ ਜਿਨ੍ਹਾਂ ਨੇ ਸਿਮਰਨ ਨਾ ਕਰਨਾ ਨਾ ਕਰਨ ਦੇਣਾ, ਉਹ ਫਿਰ ਇਹੋ ਜਿਹੀਆਂ ਗੱਲਾਂ ਕਰਦੇ ਜੀ ਬਾਣੀ 'ਚ ਲਿਖਿਆ ਤਪ ਨਹੀਂ ਕਰਨਾ, ਸਰੀਰ ਨੂੰ ਦੁੱਖ ਨਹੀਂ ਦੇਣਾ। ਤਾਂ ਜਿਹੜਾ ਦੇ ਸਾਧ ਸੰਗਤ ਜੀ ਆਪਦੇ ਹੱਠ ਕਰਕੇ ਕਰਨਾ ਵਾ, ਉਹਦੀ ਮਨਾਹੀ ਆ। ਇੱਕ ਜਿਹੜੇ ਮਹਾਂਪੁਰਖ ਆਤਮਾ ਰੂੜ ਹੁੰਦੇ ਹਨ, ਉਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਨੀਂਦ ਤੇ ਭੁੱਖ ਸੁਤੇ ਸਿੱਧੀ ਉਹਨਾਂ ਦੀ ਤਾਬਿਆ 'ਚ ਹੋ ਜਾਂਦੀ ਹੈ, ਘਟ ਜਾਂਦੀ ਹੈ। ਹੱਠ ਉਹ ਰੱਤੀ ਮਾਤਰ ਨਹੀਂ ਕਰਦੇ, ਸਹਿਜ ਅਵਸਥਾ 'ਚ ਚਲੇ ਜਾਂਦੇ। ਜਿਵੇਂ ਮਹਾਰਾਜ ਨੇ ਲਿਖਿਆ ਨਾ, ਗੁਰਮੁਖਾਂ ਅੰਦਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਜਿਨ੍ਹਾਂ ਦੀ ਸਹਿਜ ਅਵਸਥਾ ਬਣ ਜਾਂਦੀ ਆ, ਉਹਨਾਂ ਦੇ ਫਿਰ ਨਾ ਨੀਂਦ ਦਾ ਜ਼ੋਰ ਪੈਂਦਾ, ਨਾ ਭੁੱਖ ਦਾ ਜ਼ੋਰ ਪੈਂਦਾ। ਤੇ ਕਜਾ ਐਵੇਂ ਜਿੱਦ ਕਰਕੇ ਛੱਡਣੀ, ਹੱਠ ਕਰਕੇ ਛੱਡਣੀ, ਉਹਦੀ ਮਨਾਹੀ ਆ। ਜਿਹੜੀ ਸੁਤੇ ਸਿੱਧ ਆਪਣੇ ਆਪ ਘਟ ਜਾਂਦੀ ਆ, ਉਹਦੀ ਕੋਈ ਮਨਾਹੀ ਨਹੀਂ। ਉਹ ਤੇ ਆਪਣੇ ਹੱਥ 'ਚ ਹੀ ਨਹੀਂ, ਉਹ ਤੇ ਫਿਰ ਮਹਾਰਾਜ ਜੀ ਘਟਾ ਦਿੰਦੇ ਹਨ, ਉਹ ਤੇ ਸਤਿਗੁਰੂ ਹੀ ਕਿਰਪਾ ਕਰ ਦਿੰਦੇ ਹਨ। ਬਾਣੀ ਦੇ ਵਿੱਚ ਲਿਖਿਆ, ਆਸਾ ਸ਼ੰਤ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਇਸ ਗੱਲ ਦਾ, ਨੀਂਦ ਭੂਖ ਸਭ ਪਰ ਹਰ ਤਿਆਗੀ, ਸੁਣੈ ਸੁਨ ਸਮਾਵੈ। ਜਦੋਂ ਸਾਡਾ ਚੇਤਨ ਉਸ ਚੇਤਨ ਵਿੱਚ ਅਫੁਰ ਅਵਸਥਾ ਵਿੱਚ ਸਮਾ ਜਾਂਦਾ ਹੈ, ਆਤਮਾ ਸਾਡੀ ਬ੍ਰਹਮਾਕਾਰ ਹੋ ਜਾਂਦੀ ਆ, ਫਿਰ ਨੀਂਦ ਭੁੱਖ ਕਹਿੰਦੇ ਸਭ ਕੁਝ ਹੀ ਖਤਮ ਹੋ ਜਾਂਦਾ ਹੈ, ਮਿਟ ਜਾਂਦਾ ਹੈ ਸਭ ਕੁਝ। ਜਾਂ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਕਹਿੰਦੇ ਹਨ, ਜਾ ਕੋ ਆਇਓ ਏਕ ਰਸਾ। ਜਿਹਨੂੰ ਨਾਮ ਦਾ ਰਸ ਆ ਗਿਆ ਨਾ, ਰਸ ਸਵਾਦ। ਹੁਣ ਆਪਾਂ ਜਪਦੇ ਤਾਂ ਹਾਂ, ਪਰ ਆਪਾਂ ਨੂੰ ਤਾਂ ਸਵਾਦ ਆਉਂਦਾ ਨਹੀਂ ਹੈ। ਤਾਂ ਉਹ ਸਾਡੇ ਮਨ ਦੀ ਮੈਲ ਹੋ ਸਕਦੀ ਆ। ਜੇ ਮਨ ਦੇ ਵਿੱਚ ਮੈਲ ਆ, ਹੋਰ ਵੀ ਗੱਲਾਂ ਹੋ ਸਕਦੀਆਂ, ਕੋਈ ਕਰਮ ਵੀ ਇੱਦਾਂ ਦੇ ਹੋ ਸਕਦੇ ਨੇ, ਪਰਾਲਬਧ ਵੀ ਇੱਦਾਂ ਦੀ ਹੋ ਸਕਦੀ ਹੈ। ਤਾਂ ਸਾਧ ਸੰਗਤ ਜੀ, ਜਾ ਕੋ ਆਇਓ ਏਕ ਰਸਾ। ਜਿਹਨੂੰ ਰਸ ਆ ਜਾਂਦਾ ਨਾ ਨਾਮ ਦਾ, ਜਿਵੇਂ ਕਬੀਰ ਸਾਹਿਬ ਨੇ ਸ਼ਾਇਦ ਲਿਖਿਆ ਨਾ, ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਜਿਵੇਂ ਬ੍ਰਹਮ ਗਿਆਨੀ ਸਰਮਦ ਸਾਹਿਬ ਕਹਿੰਦੇ ਨਾ, ਵੀ ਜਦੋਂ ਦਾ ਰੱਬ ਦਾ ਸਵਾਦ ਆਇਆ ਨਾ, ਕਿਸੇ ਨੇ ਪੁੱਛਿਆ ਵੀ ਤੇਰੀ ਨਿਗਾਹ ਦੇ ਵਿੱਚ ਦੁਨੀਆ ਦੀ ਅਹਿਮੀਅਤ ਕੀ ਹੈ? ਦੁਨੀਆ ਦੀ ਅਹਿਮੀਅਤ ਦੱਸ ਵੀ ਸੰਤਾ, ਤੇਰੀ ਨਿਗਾਹ ਦੇ ਵਿੱਚ ਦੁਨੀਆ ਦੀ ਅਹਿਮੀਅਤ ਕੀ ਆ? ਉਹ ਕਹਿੰਦਾ ਵੀ ਮੇਰੀ ਨਿਗਾਹ ਦੇ ਵਿੱਚ ਦੁਨੀਆ ਦੀ ਅਹਿਮੀਅਤ ਹੁਣ ਖਸਖਸ ਦੇ ਦਾਣੇ ਨਾਲੋਂ ਵੱਧ ਨਹੀਂ ਰਹਿ ਗਈ। ਮੈਂ ਦੁਨੀਆ ਨੂੰ ਇੱਕ ਖਸਖਸ ਦੇ ਦਾਣੇ ਤੋਂ ਵੀ ਨਿਕੰਮੀ ਜਾਣਦਾ। ਤਾਂ ਮਹਾਰਾਜ ਨੇ ਉੱਥੇ ਲਿਖਿਆ, ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਤਾਂ ਜਾ ਕੋ ਆਇਓ ਏਕ ਰਸਾ। ਉੱਥੇ ਫਿਰ ਅੱਗੇ ਕੀ ਲਿਖਿਆ ਪੰਜਵੇਂ ਪਾਤਸ਼ਾਹ ਨੇ, ਖਾਨ ਪਾਨ ਆਨ ਨਹੀਂ ਖੁਦਿਆ ਤਾਂ ਕਿ ਚਿੱਤ ਨਾ ਬਸਾ। ਨਾ ਉਹਨੂੰ ਖਾਣ ਪੀਣ ਦੀ ਇੱਛਾ, ਨਾ ਸੌਣ ਦੀ ਇੱਛਾ, ਨਾ ਭੋਗਣ ਦੀ ਇੱਛਾ, ਨਾ ਪਹਿਨਣ ਦੀ ਇੱਛਾ, ਨਾ ਮਾਇਆ ਦੀ ਖਿੱਚ। ਇਹੋ ਜਿਹੀਆਂ ਸਭ ਉਹਦੀਆਂ ਖਤਮ ਹੋ ਜਾਂਦੀਆਂ ਨੇ। ਪਰ ਗੱਲ ਇਹ ਆ ਵੀ ਜਿਹਨੂੰ ਇਹ ਚੀਜ਼ ਆਈ ਹੈ। ਤਾਂ ਕਈ ਸਾਧੂ ਲੋਕ ਨਾ ਜਾਣ ਕੇ ਆਪਣੀ ਅਵਸਥਾ ਦੱਸਣ ਲਈ ਹੱਠ ਕਰਦੇ ਆ ਤੇ ਫਾਕੇ ਕੱਟਦੇ ਆ ਵੀ ਮੇਰੀ ਬੜੀ ਉੱਚੀ ਅਵਸਥਾ ਵਾ। ਕਈ ਜਾਣ ਕੇ ਨਾ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਤੇ ਉਹਦੇ 'ਚ ਊਂਘ ਲੈਂਦੇ ਆ ਤੇ ਉਹ ਦੱਸਦੇ ਆ ਵੀ ਮੈਂ ਰਾਤ ਨੂੰ ਸੌਂਦਾ ਨਹੀਂ ਆ। ਕਈ ਦਿਖਾਉਣ ਨੂੰ ਵੀ ਇਦਾਂ ਕਰ ਲੈਂਦੇ ਹਨ। ਤਾਂ ਕਈ ਹੱਠ ਤੇ ਫਾਕੇ ਕੱਟਦੇ ਹਨ। ਉਹ ਭੁਲੇਖਾ ਹੈ। ਉਹ ਫਿਰ ਲੋਕ ਗੁਪਤ ਖਾਂਦੇ ਆ, ਜ਼ਾਹਰਾ ਨਹੀਂ ਖਾਂਦੇ ਤੇ ਉੱਤੋਂ ਦਿਖਾਲਦੇ ਆ ਵੀ ਮੈਂ ਨਹੀਂ ਕੁਝ ਖਾਂਦਾ, ਤੇ ਲੋਕੇ ਉਹ ਸਭ ਕੁਝ ਖਾਂਦੇ ਆ। ਕਈ ਹੁਣ ਜਿਹੜੇ ਅਸਲੀ ਆਪਣੇ ਕਈ ਸਾਹਮਣੇ ਸੌਂ ਲੈਂਦੇ, ਕਈ ਲੋਕੇ ਸੌਂ ਲੈਂਦੇ ਆ।
ਤਾਂ ਭੇਤ ਨਹੀਂ ਦਿੰਦੇ ਵੀ ਕਦੋਂ ਸੌਂਦਾ। ਕਈ ਦੇ ਕਮਰੇ ਦੀ ਬੱਤੀ ਜਗਾ ਛੱਡਦੇ ਆ ਵੀ ਬਾਹਰਲੇ ਚੇਲਿਆਂ ਨੂੰ ਲੱਗੇ ਬਾਬਾ ਸਾਡਾ ਸੌਂਦਾ ਹੀ ਨਹੀਂ, ਆਖੋ ਸਤਨਾਮ ਸ੍ਰੀ। ਇੱਦਾਂ ਵੀ ਕਰ ਲੈਂਦੇ ਨਾ ਕਈ, ਬਹੁਤੇ ਸ਼ੈਤਾਨ ਹੁੰਦੇ ਆ। ਤਾਂ ਇਹੋ ਜਿਹਾ ਜਿਹੜਾ ਹੱਠ ਕਰਨਾ ਵਾ, ਭੁਲੇਖਾ ਪਾਉਣਾ, ਇਹ ਸਭ ਛਾਲਾ ਫਜ਼ੂਲ ਆ। ਇਹਦਾ ਲੇਖਾ ਦੇਣਾ ਪਵੇਗਾ ਸਾਧ ਸੰਗਤ ਜੀ। ਪਰ ਜਿਹੜੇ ਮਹਾਂਪੁਰਖ ਹਨ ਉਹਨਾਂ ਨੂੰ ਇਹ ਪੂਰਨ ਪਦ ਵਾਲਿਆਂ ਦੀ ਅਵਸਥਾ ਇੱਦਾਂ ਦੀ ਨਹੀਂ ਹੁੰਦੀ। ਉਹ ਤਾਂ ਸੁਤੇ ਸਿੱਧ ਹੁੰਦੇ ਹਨ, ਉਹਨਾਂ ਵਿੱਚ ਇਹ ਸੁਤੇ ਸਿੱਧ ਹੀ ਸਾਰਾ ਕੁਝ ਆ ਜਾਂਦਾ ਹੈ। ਤਾਂ ਇਹ ਭਾਈ ਸਾਹਿਬ ਨੇ ਵੀ ਆਪਣੀ ਰਚਨਾ ਵਿੱਚ ਜ਼ਿਕਰ ਕੀਤਾ ਹੈ, ਰੋੜਾਂ ਕੀ ਗੁਰ ਕਰੀ ਵਿਛਾਈ ਰੇਤ ਅੱਕ ਆਹਾਰ ਕਰ। ਭਾਈ ਗੁਰਦਾਸ ਜੀ ਨੇ ਵਾਰਾਂ 'ਚ ਲਿਖਿਆ ਹੈ। ਉੱਥੇ ਗੁਰੂ ਘਰ ਵੀ ਬਣਿਆ ਹੈ ਬਹੁਤ ਵੱਡਾ, ਜਿੱਥੇ ਮਹਾਰਾਜ ਨੇ ਤਪ ਕੀਤਾ ਹੈ। ਤਾਂ ਇੰਨਾ ਕੁ ਫਰਕ ਆ, ਜਿਹੜੇ ਲੋਕ ਸ਼ੰਕਾ ਕਰਦੇ ਨੇ ਉਹ ਉਹਨਾਂ ਤੇ ਕਰਨ ਜਿਹੜੇ ਲੋਕਾਂ ਨੂੰ ਪਖੰਡ ਕਰਕੇ ਦਿਖਾਉਂਦੇ ਹਨ। ਪਰ ਜਿਹੜੇ ਮਹਾਂਪੁਰਖ ਨੇ ਉਹਨਾਂ ਤੇ ਕਿਉਂ ਕਰਦੇ ਆ ਬਈ? ਉਹਨਾਂ ਤੇ ਉਹ ਤਾਂ ਕਰਦੇ ਵੀ ਆਪ ਇਹਨਾਂ ਨਾਮ ਜਪਣਾ ਨਹੀਂ, ਸੇਵਾ ਕਰਨੀ ਨਹੀਂ, ਬਾਣੀ ਪੜ੍ਹਨੀ ਨਹੀਂ, ਤੇ ਹੋਰ ਕਿਸੇ ਨੂੰ ਇਹ ਪੜ੍ਹ ਕੇ ਵੇਖ ਕੇ ਰਾਜੀ ਨਹੀਂ ਹਨ। ਹੁਣ ਜੇ ਬਾਬਾ ਫਰੀਦ ਸਾਹਿਬ ਜੀ ਦੀ ਗੱਲ ਕਰੀਏ ਤਾਂ ਬਾਬਾ ਫਰੀਦ ਸਾਹਿਬ ਨੇ ਨਹੀਂ ਫਿਰ ਕੀਤਾ। ਫਿਰ ਉਹਨਾਂ ਦਾ ਸ਼ਬਦ ਕਿਉਂ ਲਿਖਿਆ ਵਿੱਚ, ਤਨ ਸੁੱਕਾ ਪਿੰਜਰ ਥੀਆ। ਉਹ ਤਪ ਕਰਕੇ ਹੀ ਹੋਇਆ ਸੀ ਨਾ, ਬੁੱਢੇ ਹੋ ਗਏ ਤਪ ਕਰਦੇ ਕਰਦੇ। ਤਨ ਸੁੱਕਾ ਪਿੰਜਰ ਥੀਆ, ਐਸੀ ਹਾਲਤ ਉਹਨਾਂ ਦੀ ਸਾਧ ਸੰਗਤ ਜੀ ਬਣੀ ਸੀ। ਤਾਂ ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡਹਿ ਕਾਗ ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਦੇ ਭਾਗ। ਇਹ ਬਾਬਾ ਜੀ ਨੇ ਵੀ ਬਾਣੀ ਵਿੱਚ ਲਿਖਿਆ ਹੈ। ਬਾਬਾ ਜੀ ਦੀ ਤੇ ਬੰਦਗੀ ਇਸ ਤਰ੍ਹਾਂ ਦੀ ਸੀ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਪਿਰ ਦੇਖਣ ਕੀ ਆਸ। ਇੱਦਾਂ ਦੀ ਉਹਨਾਂ ਦੀ ਸਾਧ ਸੰਗਤ ਜੀ ਅਵਸਥਾ ਸੀ। ਫਿਰ ਉਹ ਕਿਉਂ ਲਿਖੀ ਮਹਾਰਾਜ ਦੇ ਵਿੱਚ, ਜੇ ਤਪ ਨਹੀਂ ਕਰਨਾ ਤੇ ਜਪ ਨਹੀਂ ਕਰਨਾ ਤੇ ਫਿਰ ਇੰਨਾ ਕਿਉਂ ਕਹਿੰਦੇ ਆ? ਜਪ ਦੀ ਇੰਨੀ ਮਹਿਮਾ ਕਿਉਂ ਕਰਦੇ ਹਨ ਕਿ ਨਾਮ ਜਪੋ, ਸਿਮਰਨ ਕਰੋ, ਸੇਵਾ ਕਰੋ, ਗੁਰ ਸੇਵਾ ਤਪਾ ਸਿਰ ਤਪਸਾਰ। ਤਾਂ ਇਹ ਜਿਹੜੇ ਲੋਕ ਸ਼ੰਕਾ ਕਰਦੇ ਕਿੰਤੂ ਪਰੰਤੂ ਕਰਦੇ ਨੇ ਸਾਧ ਸੰਗਤ ਜੀ, ਇਹਨਾਂ ਆਪ ਵੀ ਨਹੀਂ ਕੋ ਕਰਨਾ। ਆਪ ਤੇ ਉਜੜੇ ਹੀ ਉਜੜੇ ਨੇ, ਦੂਜਿਆਂ ਨੂੰ ਵੀ ਇਹ ਉਜਾੜਦੇ ਹਨ। ਆਪ ਤੇ ਗਏ ਹਨ, ਦੂਜਿਆਂ ਨੂੰ ਵੀ ਡੋਬਦੇ ਪਏ ਹਨ। ਐਸੀ ਇਹਨਾਂ ਦੀ ਹਾਲਤ। ਇਹੋ ਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ। ਅਰਦਾਸ ਵਿੱਚ ਸਪਸ਼ਟ ਲਿਖਿਆ, ਜਿਨ੍ਹਾਂ ਹੱਠੀਆਂ ਜਪੀਆਂ ਤਪੀਆਂ, ਉੱਥੇ ਸਪਸ਼ਟ ਲਿਖਿਆ ਹੈ। ਇਸ ਕਰਕੇ ਇਹੋ ਜਿਹੇ ਭੁਲੇਖੇ 'ਚ ਨਹੀਂ ਪੈਣਾ ਕਿਸੇ ਨੇ। ਪੰਕਜ ਬਚਨ ਅਲਾਵਾ, ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਜਪ ਤਪ ਕਰਕੇ ਦਿਖਾਇਆ ਸੀ। ਸੋਹਣੇ ਮੁਖ ਰੂਪੀ ਕਮਲ ਤੋਂ ਬਚਨ ਕੀਤਾ ਸੀ। ਸੁਹਾਵਾ ਵਕਤ ਸੁਹਾਵਾ, ਸਤਿਗੁਰੂ ਜੀ ਨੇ ਆਖਿਆ ਸੀ ਕਿ ਅੰਮ੍ਰਿਤ ਵੇਲਾ ਇਹ ਵੀ ਬੜਾ ਸੋਹਣਾ ਸਮਾਂ ਹੈ, ਤੇ ਵਾਹਿਗੁਰੂ ਦਾ ਨਾਮ ਵੀ ਬੜਾ ਸੋਹਣਾ ਹੈ। ਜਾਂ ਬਾਣੀ ਦੇ ਵਿੱਚ ਵੀ ਇਸ ਤਰ੍ਹਾਂ ਵੀ ਆਉਂਦਾ ਹੈ, ਤੇਰਾ ਵਕਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ, ਸੇਵਕ ਸੇਵਹਿ ਭਾਉ ਕਰ ਲਾਗਾ ਸਾਓ ਪ੍ਰਾਣੀ। ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਭਜਨ ਕਰਦੇ ਸਨ। ਉਚਰਤ ਇਸੀ ਪ੍ਰਕਾਰਾ, ਇਦਾਂ ਵਿਚਰਦੇ ਸਨ, ਉਚਾਰਦੇ ਸਨ ਇਸੇ ਤਰ੍ਹਾਂ। ਮਸਤਕ ਦਿਪੈ ਤੇਜ ਅਤ ਭਾਰਾ, ਪਰ ਜਿਹੜਾ ਮੱਥਾ ਸੀ ਮਹਾਰਾਜ ਦਾ, ਉਹਦੇ ਉੱਤੇ ਬੜਾ ਪ੍ਰਕਾਸ਼ ਜਿਹੜਾ ਸੀ ਉਹ ਦਿਪਦਾ ਸੀ। ਸੁਣ ਸਿਫਤ ਆਏ ਨਰ ਪੂਰਨ, ਸੁਣ ਸੁਣ ਕੇ ਮਹਾਰਾਜ ਦੀ ਸਿਫਤ ਬੜੇ ਲੋਕ ਆਉਂਦੇ ਨੇ ਦਰਸ਼ਨ ਕਰਨ। ਦਰਸ਼ਨ ਦੇਖਾ ਰਹਾ ਹਦੂਰੰ, ਕਈ ਤੇ ਦਰਸ਼ਨ ਕਰਕੇ ਉੱਥੇ ਹੀ ਰਹਿ ਜਾਂਦੇ ਸੀ, ਮਹਾਰਾਜ ਦੇ ਹੀ ਹੋ ਜਾਂਦੇ ਸਨ। ਜੋ ਨਰ ਆਏ ਚਰਨ ਲਪਟਾਵੇ, ਜਿਹੜੇ ਆ ਕੇ ਮਹਾਰਾਜ ਦੇ ਚਰਨਾਂ ਨੂੰ ਨਮਸਕਾਰ ਕਰਦੇ ਸੀ, ਜੁੜਦੇ ਸਨ। 300 ਆਸ ਪ੍ਰਭ ਬਚਨ ਅਲਾਵੇ, ਉਹਨਾਂ ਨੂੰ ਮਹਾਰਾਜ ਜੀ ਇਸ ਤਰ੍ਹਾਂ ਬਚਨ ਕਹਿੰਦੇ ਹੁੰਦੇ ਸਨ। ਬਸ ਕਰ ਪੁਰਖਾ ਭਲਾ ਸੋ ਹੋਈ, ਹੇ ਪੁਰਖਾ ਬਸ ਕਰ, ਤੇਰਾ ਭਲਾ ਹੋਵੇ। ਸਿਮਰੋ ਨਾਮ
ਸਕਲ ਦੁਖ ਖੋਈ। ਨਾਮ ਦਾ ਸਿਮਰਨ ਕਰਿਆ ਕਰੋ, ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ। ਏਕ ਦਿਨਿਓ ਗੁਰੂ ਗੁਜਾਰੇ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕੁਝ ਦਿਨ ਗੁਜ਼ਾਰੇ ਹਨ ਕਰਨਾ ਨਾਮ ਦੇ ਨਰ ਤਾਰੇ। ਤੇ ਕਲਯੁਗ ਦੇ ਵਿੱਚ ਬੜੇ ਲੋਕਾਂ ਨੂੰ ਨਾਮਦਾਨ ਦੇ ਕੇ ਮਹਾਰਾਜ ਨੇ ਤਾਰਿਆ ਹੈ। ਦਰਸ਼ਨ ਦੇਖਤ ਸ਼ਬਦ ਸੁਨੰਤੇ। ਦਰਸ਼ਨ ਕਰਦੇ, ਮਹਾਰਾਜ ਜੀ ਦੇ ਸ਼ਬਦ ਸੁਣਦੇ, ਮਹਾਬਤਤ ਸੇ ਜਗਤ ਧਰਮ ਤੇ। ਵੱਡੇ ਵੱਡੇ ਪਾਪੀ ਸਾਧ ਸੰਗਤ ਜੀ ਜਗਤ ਦੇ ਵਿੱਚੋਂ ਤਰ ਗਏ ਹਨ। ਇਹ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਸੰਗਤਾਂ ਦੇ ਨਾਲ ਵਿਚਾਰ ਰੂਪ ਦੇ ਵਿੱਚ ਸਾਂਝ ਪਾਈ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਇਸ ਤੋਂ